ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਬੱਚਿਓ, ਅਸੀਂ ਜਿਵੇਂ ਅੱਖਰਾਂ ਦੀਆਂ ਧੁਨੀਆਂ ਤੋਂ 2 ਅੱਖਰਾਂ ਵਾਲੇ ਤੇ 3 ਅੱਖਰਾਂ ਵਾਲੇ ਮੁਕਤਾ ਸ਼ਬਦ ਪੜ੍ਹੇ ਸੀ, ਅੱਜ ਅਸੀਂ ਇਹਨਾਂ ਤਸਵੀਰਾਂ ਰਾਹੀਂ ਅੱਖਰਾਂ ਦੀਆਂ ਧੁਨੀਆਂ ਤੋਂ 4 ਅੱਖਰਾਂ ਵਾਲੇ ਮੁਕਤਾ ਸ਼ਬਦ ਪੜਾਂਗੇ ਤੇ ਲਿਖਾਂਗੇ। ਬੱਚਿਓ, ਇਹ ਦੇਖੋ ਕਿਸ ਦੀ ਤਸਵੀਰ ਹੈ? ਸ਼ਲਗਮ। ਸੱਸੇ ਪੈਰ ਬਿੰਦੀ ਸ਼, ਲੱਲਾ, ਗੱਗਾ, ਮੰਮਾ, ਸ਼ਲਗਮ। ਹੁਣ ਅਸੀਂ ਇਸ ਨੂੰ ਧੁਨੀਆਂ ਰਾਹੀਂ बोल के लिखांगे। सस्ते पैर बिंदी श, ल, ग, म, शलगम। बच्चों, यही बच्चा की कर रहा है? बिल्कुल सही, कसरत। क, स, र, त, कसरत। चलो जी, हुण असी कसरत लिखांगे। क, स, र, त, कसरत। हाँ जी बच्चों, इस तस्वीर विच तुहानू की नजर आ रहे हैं? बर्तन, है ना जी। ब, र, त, न, बर्तन। चलो जी, हुण असी बर्तन लिखांगे। ब, र, त, न। ठीक है जी, बर्तन। प्यारे बच्चों, ये तस्वीर तो तुहानू सब नू पता है। गुड। की है ये? दरखत। द, र, ख, त, दरखत। चलो जी, हुण असी लिखिए दरखत। द, र, ख, खखे दे पैर विच बिंदी ख, त। ठीक है जी, दरखत। हाँ जी बच्चियों, ये पर्वत की तस्वीर है। ठीक है जी, केड़ी केड़ी धुनी आ रही है? देखो, प, र, ब, त, पर्वत। चलो जी, हुण लिखिए आपां पर्वत। पहला लिखांगे प, र, ब, त, पर्वत। ओके जी बच्चों, ये तस्वीर अदरक दी है। अ, द, र, क, अदरक। चलो जी, लिखिए हुण असीं अ, द, र, क, अदरक। प्यारे बच्चों, इत्थे तुहानू कुछ डब्बे दिखाई दे रहे हैं। इन्हां डब्बियां ते बिंदियां दे डिजाइन बने हुए हैं। बच्चों, ए देखो, यह कार्ड हैं। इन्हां कार्डां ते संख्यावां लिखियां होईयां हैं। ਇਹ ਉਹ ਸੰਖਿਆਵਾਂ ਹਨ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਜਿਹੜੀਆਂ ਤੁਹਾਨੂੰ ਪਤਾ ਹਨ। ਆਓ ਦੇਖੀਏ ਕਿਹੜੀਆਂ-ਕਿਹੜੀਆਂ ਸੰਖਿਆਵਾਂ ਹਨ। 10 7 17, 5 1 2, 10 9 19, 10 1 11 20, 10 3 13, 10 8 18, 8 7, 10 6 16, 10 3 9, 10 2 12, 10 5 15, 10 4 14, 4 6। ਬੱਚਿਓ, ਅਸੀਂ ਡੱਬਿਆਂ ਤੇ ਬਣੀਆਂ ਬਿੰਦੀਆਂ ਨੂੰ ਗਿਣਾਂਗੇ। ਜਿੰਨੀਆਂ ਬਿੰਦੀਆਂ ਹੋਣਗੀਆਂ ਉਨੀ ਸੰਖਿਆ ਦੇ ਨਾਲ ਮਿਲਾਵਾਂਗੇ। ਆਓ ਗਿਣੀਏ ਤੇ ਮਿਲਾਈਏ। शुरू करते हाँ इस डब्बे तो। बच्चों, इस डब्बे ते किन्नियां बिंदियां हैं? हाँ जी, 1। इस डब्बे ते 1 बिंदी है। आओ देखिए फिर संख्या 1 कित्थे है? देखो देखो, ध्यान नाल देखो। हाँ जी, ये संख्या 1 है। 1 बिंदी नू संख्या 1 नाल मिलावांगे। बच्चों, इस गुलाबी डब्बे ते तुहानू किन्नियां बिंदियां दिखाई दे रही हैं? हाँ जी, 2 बिंदियां। 1 2। इस गुलाबी डब्बे ते 2 बिंदियां हैं। इन्हां 2 बिंदियां नू केड़ी संख्या नाल मिलावांगे? दसो दसो। हाँ जी, इन्हां 2 बिंदियां नू संख्या 2 नाल मिलावांगे। आओ मिलाइए फिर। ए देखो बच्चों,
ਦੋ ਬਿੰਦੀਆਂ ਨੂੰ ਸੰਖਿਆ 2 ਨਾਲ ਮਿਲਾ ਦਿੱਤਾ। ਬੱਚਿਓ ਅਗਲੇ ਡੱਬੇ ਦੀਆਂ ਬਿੰਦੀਆਂ ਨੂੰ ਮੇਰੇ ਨਾਲ ਗਿਣੋ। 1 2 3 4 5 6 7 8 9 10 11 12 13 14 15 16 17। ਇਸ ਡੱਬੇ ਤੇ 17 ਬਿੰਦੀਆਂ ਹਨ। ਇਨ੍ਹਾਂ 17 ਬਿੰਦੀਆਂ ਨੂੰ ਕਿਹੜੀ ਸੰਖਿਆ ਨਾਲ ਮਿਲਾਵਾਂਗੇ? ਹਾਂਜੀ, ਇਨ੍ਹਾਂ 17 ਬਿੰਦੀਆਂ ਨੂੰ ਸੰਖਿਆ 17 ਨਾਲ ਮਿਲਾਵਾਂਗੇ। ਇਹ ਦੇਖੋ ਬੱਚਿਓ, 17 ਬਿੰਦੀਆਂ ਨੂੰ ਸੰਖਿਆ 17 ਨਾਲ ਮਿਲਾ ਦਿੱਤਾ। ਬੱਚਿਓ ਹੁਣ ਤੁਸੀਂ ਮੈਨੂੰ ਦੱਸੋ, ਇਸ ਡੱਬੇ ਤੇ ਕਿੰਨੀਆਂ ਬਿੰਦੀਆਂ ਹੋਣਗੀਆਂ? ਹਾਂਜੀ, 5 ਬਿੰਦੀਆਂ। ਅੱਛਾ ਜੀ, ਆਓ ਗਿਣ ਕੇ ਦੇਖੀਏ। 1 2 3 4 5। ਬੱਚਿਓ ਤੁਸੀਂ ਬਿਲਕੁਲ ਸਹੀ ਜਵਾਬ ਦਿੱਤਾ। ਇਸ ਡੱਬੇ ਤੇ 5 ਬਿੰਦੀਆਂ ਹਨ। ਆਓ ਦੇਖੀਏ ਫਿਰ ਇਨ੍ਹਾਂ 5 ਬਿੰਦੀਆਂ ਨੂੰ ਕਿਹੜੀ ਸੰਖਿਆ ਦੇ ਨਾਲ ਮਿਲਾਵਾਂਗੇ। ਦੇਖੋ, ਇਨ੍ਹਾਂ 5 ਬਿੰਦੀਆਂ ਨੂੰ ਸੰਖਿਆ 5 ਨਾਲ ਮਿਲਾਵਾਂਗੇ। ਇਹ ਦੇਖੋ ਪਿਆਰੇ ਬੱਚਿਓ, 5 ਬਿੰਦੀਆਂ ਨੂੰ ਸੰਖਿਆ 5 ਨਾਲ ਮਿਲਾ ਦਿੱਤਾ। ਆਓ ਵਧੀਏ ਅਗਲੇ ਡੱਬੇ ਵੱਲ। ਪਿਆਰੇ ਬੱਚਿਓ, ਇਸ ਡੱਬੇ ਤੇ ਕਿੰਨੀਆਂ ਬਿੰਦੀਆਂ ਹਨ? ਆਓ ਗਿਣੀਏ। 1 2 3 4 5 6 7 8 9 10 11 12 13 14 15 16 17 18 19 20। ਇਸ ਡੱਬੇ ਤੇ 20 ਬਿੰਦੀਆਂ ਹਨ। ਇਨ੍ਹਾਂ 20 ਬਿੰਦੀਆਂ ਨੂੰ ਕਿਹੜੀ ਸੰਖਿਆ ਨਾਲ ਮਿਲਾਵਾਂਗੇ? ਹਾਂਜੀ, ਇਨ੍ਹਾਂ 20 ਬਿੰਦੀਆਂ ਨੂੰ ਸੰਖਿਆ 20 ਨਾਲ ਮਿਲਾਵਾਂਗੇ। ਆਓ ਮਿਲਾਈਏ ਫਿਰ। ਇਹ ਦੇਖੋ ਬੱਚਿਓ, 20 ਬਿੰਦੀਆਂ ਨੂੰ ਸੰਖਿਆ 20 ਨਾਲ ਮਿਲਾ ਦਿੱਤਾ। ਬੱਚਿਓ ਇਸ ਡੱਬੇ ਤੇ ਕਿੰਨੀਆਂ ਬਿੰਦੀਆਂ ਹੋਣਗੀਆਂ? ਦੱਸੋ ਦੱਸੋ। ਹਾਂਜੀ, 13 ਬਿੰਦੀਆਂ। ਅੱਛਾ ਜੀ, ਆਓ ਫਿਰ ਗਿਣ ਕੇ ਦੇਖੀਏ। 1 2 3 4 5 6 7 8 9 10 11 12 13। ਬੱਚਿਓ ਤੁਸੀਂ ਬਿਲਕੁਲ ਸਹੀ ਜਵਾਬ ਦਿੱਤਾ। ਇਸ ਡੱਬੇ ਤੇ 13 ਬਿੰਦੀਆਂ ਹਨ। ਆਓ ਦੇਖੀਏ ਫਿਰ ਸੰਖਿਆ 13 ਕਿੱਥੇ ਹੈ। ਦੇਖੋ ਦੇਖੋ, ਧਿਆਨ ਨਾਲ ਦੇਖੋ। ਹਾਂਜੀ, ਇਹ ਸੰਖਿਆ 13 ਹੈ। 13 ਬਿੰਦੀਆਂ ਨੂੰ ਸੰਖਿਆ 13 ਨਾਲ ਮਿਲਾਉਂਦੇ ਹਾਂ। ਬੱਚਿਓ ਇਸ ਡੱਬੇ ਦੀਆਂ ਬਿੰਦੀਆਂ ਨੂੰ ਮੇਰੇ ਨਾਲ ਗਿਣੋ। 1 2 3 4 5 6 7 8 9 10 11 12 13 14 15 16 17 18। ਇਸ ਡੱਬੇ ਤੇ 18 ਬਿੰਦੀਆਂ ਹਨ। ਆਓ ਦੇਖੀਏ ਸੰਖਿਆ 18 ਕਿੱਥੇ ਹੈ। ਹਾਂਜੀ, ਇਹ ਸੰਖਿਆ 18 ਹੈ। 18 ਬਿੰਦੀਆਂ ਨੂੰ ਸੰਖਿਆ 18 ਨਾਲ ਮਿਲਾਉਂਦੇ ਹਾਂ। ਬੱਚਿਓ ਇਸ ਡੱਬੇ ਤੇ ਤੁਹਾਨੂੰ ਕਿੰਨੀਆਂ ਬਿੰਦੀਆਂ ਨਜ਼ਰ ਆ ਰਹੀਆਂ ਹਨ? ਹਾਂਜੀ, 11 ਬਿੰਦੀਆਂ। ਆਓ ਗਿਣ ਕੇ ਦੇਖੀਏ। 1 2 3 4 5 6 7 8 9 10 11। ਹਾਂਜੀ ਬੱਚਿਓ, ਇਸ ਡੱਬੇ ਤੇ 11 ਬਿੰਦੀਆਂ ਹਨ। ਆਓ ਦੇਖੀਏ ਸੰਖਿਆ 11 ਕਿੱਥੇ ਹੈ। ਦੇਖੋ ਦੇਖੋ, ਧਿਆਨ ਨਾਲ ਦੇਖੋ। ਹਾਂਜੀ, ਇਹ ਸੰਖਿਆ 11 ਹੈ। 11 ਬਿੰਦੀਆਂ ਨੂੰ ਸੰਖਿਆ 11 ਨਾਲ ਮਿਲਾਉਂਦੇ ਹਾਂ। ਦੇਖੋ ਬੱਚਿਓ, 11 ਬਿੰਦੀਆਂ ਨੂੰ ਸੰਖਿਆ 11 ਨਾਲ ਮਿਲਾ ਦਿੱਤਾ। ਪਿਆਰੇ ਬੱਚਿਓ, ਹੁਣ ਤੁਸੀਂ ਆਪਣੇ ਘਰ ਆਪਣੀ ਪੁਸਤਕ ਦੇ ਪੰਨਾ ਨੰਬਰ 55 ਤੋਂ ਇਨ੍ਹਾਂ ਬਿੰਦੀਆਂ ਨੂੰ ਸੰਖਿਆਵਾਂ ਨਾਲ ਮਿਲਾਉਣਾ ਹੈ। ਬੱਚਿਓ ਪਹਿਲਾਂ ਤੁਸੀਂ ਡੱਬਿਆਂ ਤੇ ਬਣੀਆਂ ਬਿੰਦੀਆਂ ਨੂੰ ਗਿਣਨਾ ਹੈ। ਜਿੰਨੀਆਂ ਬਿੰਦੀਆਂ ਹੋਣਗੀਆਂ ਉਨੀ ਸੰਖਿਆ ਨਾਲ ਮਿਲਾਉਣਾ ਹੈ। ਧੰਨਵਾਦ। Good morning, children. Today we'll do what comes before. For what comes before, we always move a step backward. Look here. M, N, O, P. Now, what comes before P? It's O. And what comes before O? It's N. So we are moving one step backward. Let's do this activity. Come with me. What comes before E? Let's sing it. A, B, C, D, E. So, D. You are right. D comes before E. It's D, dog. D, E. It's H. H, hut. So, what comes before H?
Let's read once again. A, B, C, D, E, F, G, H. Well done. G comes before H. So we'll take the G and put it here before H. G, H. Now M, monkey. So let's see what comes before M. Sing with me. A, B, C, D, E, F, G, H, I, J, K, L, M. M. So before M is L. L, M. L, lion. We'll put L here. Now let's revise. L, M, P, parrot. What comes before P? Let's sing once again. A, B, C, D, E, F, G, H, I, J, K, L, M, N, O, P. O, P. So O comes before P. Very good, students. Keep it up. I have another set for you. It's C. What comes before C? A, B, C. So B will come before C. Very good. B, C. Next letter is J. Jacket. What comes before J? A, B, C, D, E, F, G, H, I, J. So I comes before J. It's I, J. Well done. Now it is N, nest. Let's read. A, B, C, D, E, F, G, H, I, J, K, L, M, N. M, N. Well done, students. M, monkey. It comes before N. M, N. Next is F. F, fish. What comes before F? It's E. Very fast. Well done. Good, students. E and F. Children, it's time for homework. Complete what comes before in your textbook on page number 60. Thank you. ਅੱਜ ਆਪਾਂ ਪੈਰੀ ਰਾਰਾ ਵਾਲੇ ਸ਼ਬਦ ਅਤੇ ਵਾਕਾਂ ਨੂੰ ਪੜਾਂਗੇ। ਤਾਂ ਬੱਚਿਓ ਫਿਰ ਪਹਿਲਾ ਸ਼ਬਦ ਹੈ ਤਰੇੜ। ਤਰੇੜ। ਅਗਲਾ ਸ਼ਬਦ ਤਰੇੜ। ਤਰੇੜ। ਗ੍ਰੰਥ। ਗ੍ਰੰਥ। ਹਾਂਜੀ ਅਗਲਾ ਸ਼ਬਦ ਵੇਖੋ ਪ੍ਰਸ਼ਨ। ਪ੍ਰਸ਼ਨ। ਪ੍ਰਧਾਨ। प्रधान। त्रेहठ। त्रेहठ। प्रभात। प्रभात। अगला शब्द है पृथ्वी। पृथ्वी। प्राचीन। प्राचीन। हाँ जी अगला शब्द है क्रिकट। क्रिकेट। प्रसिद्ध। प्रसिद्ध। हाँ जी अगला शब्द है ट्रांजिस्टर। ट्रांजिस्टर। प्राइमरी। प्राइमरी। अमृतसर। अमृतसर। हाँ जी बच्चों हुण आपां पैरी रारा वाले वाकां नूं पढ़ांगे।
ਹਾਂਜੀ, ਪਹਿਲਾ ਵਾਕ ਹੈ ਗੁਰਪ੍ਰੀਤ ਅਤੇ ਹਰਪ੍ਰੀਤ ਵਿਸਾਖੀ ਦੇਖਣ ਅੰਮ੍ਰਿਤਸਰ ਗਈਆਂ। ਅਗਲਾ ਵਾਕ ਉਹ ਮਾਤਾ ਪਿਤਾ ਨਾਲ ਟਰੈਕਟਰ ਟਰਾਲੀ ਉੱਤੇ ਬੈਠ ਕੇ ਗਈਆਂ। ਅਗਲਾ ਵਾਕ ਉਹਨਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਅਗਲਾ ਵਾਕ ਉਹ ਦੁਰਗਿਆਣਾ ਮੰਦਰ ਗਏ। ਅਗਲਾ ਵਾਕ ਹੈ ਉਹਨਾਂ ਨੇ ਜਲਿਆਂਵਾਲਾ ਬਾਗ ਵੀ ਦੇਖਿਆ। ਹਾਂਜੀ, ਅਗਲਾ ਵਾਕ ਵੇਖੋ। ਪ੍ਰਾਰਥਨਾ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਬੱਚੇ ਸਕੂਲ ਪਹੁੰਚ ਗਏ। ਬੱਚਿਓ, ਹੁਣ ਤੁਹਾਡੇ ਲਈ ਘਰ ਦਾ ਕੰਮ। ਬੱਚਿਓ, ਅੱਜ ਮੈਂ ਤੁਹਾਨੂੰ ਜੋ ਪੈਰੀ ਰਾਰਾ ਵਾਲੇ ਸ਼ਬਦ ਅਤੇ ਵਾਕ ਪੜ੍ਹਾਏ ਹਨ, ਤੁਸੀਂ ਉਹਨਾਂ ਦਾ ਅਭਿਆਸ ਕਰਨਾ ਹੈ ਅਤੇ ਉਸ ਨੂੰ ਸੁੰਦਰ ਲਿਖਾਈ ਦੇ ਵਿੱਚ ਆਪਣੀ ਕਾਪੀ ਤੇ ਵੀ ਲਿਖਣਾ ਹੈ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਅੱਜ ਅਸੀਂ ਸਿੱਖਾਂਗੇ ਕਰੰਸੀ ਨੋਟਾਂ ਦੀ ਵਰਤੋਂ ਦੇ ਨਾਲ ਸੰਖਿਆਵਾਂ ਨੂੰ ਕਿਵੇਂ ਘਟਾਇਆ ਅਤੇ ਵਧਾਇਆ ਜਾਂਦਾ ਹੈ। ਆਓ ਸ਼ੁਰੂ ਕਰੀਏ। ਬੱਚਿਓ, ਰਮਨ ਦੇ ਕੋਲ ਇੱਕ ਗੋਲਕ ਸੀ। ਆਓ ਦੇਖੀਏ ਰਮਨ ਦੀ ਗੋਲਕ ਵਿੱਚ ਕਿੰਨੇ ਰੁਪਏ ਸਨ। 10 20 30 40 50 60 61 62 63 64 65 66। ਰਮਨ ਕੋਲ ਸਨ 66 ਰੁਪਏ। ਇੱਕ ਦਿਨ ਰਮਨ ਆਪਣੀ ਮਾਤਾ ਜੀ ਦੇ ਨਾਲ ਬਾਜ਼ਾਰ ਗਿਆ, ਜਿੱਥੇ ਉਸਨੇ ਇੱਕ ਪੈਨਸਲ ਖਰੀਦੀ ਜਿਸ ਦੀ ਕੀਮਤ ਸੀ 2 ਰੁਪਏ। ਰਮਨ ਨੇ ਆਪਣੇ ਰੁਪਈਆਂ ਵਿੱਚੋਂ 2 ਰੁਪਏ ਦੁਕਾਨਦਾਰ ਨੂੰ ਦਿੱਤੇ। ਤਾਂ ਉਹ ਦੇਖੀਏ ਹੁਣ ਰਮਨ ਕੋਲ ਕਿੰਨੇ ਰੁਪਏ ਰਹਿ ਗਏ। 10 20 30 40 50 60 61 62 63 64। ਹੁਣ ਰਮਨ ਕੋਲ ਰਹਿ ਗਏ 64 ਰੁਪਏ। ਜਦੋਂ ਅਸੀਂ ਆਪਣੇ ਰੁਪਈਆਂ ਵਿੱਚੋਂ ਕੁਝ ਰੁਪਏ ਦੂਜਿਆਂ ਨੂੰ ਦਿੰਦੇ ਹਾਂ ਤਾਂ ਰੁਪਏ ਘਟ ਜਾਂਦੇ ਹਨ, ਮਤਲਬ ਅਸੀਂ ਕਰਦੇ ਹਾਂ ਘਟਾਓ। ਰਮਨ ਕੋਲ ਸਨ 66 ਰੁਪਏ। 2 ਰੁਪਏ ਉਸਨੇ ਦੁਕਾਨਦਾਰ ਨੂੰ ਦਿੱਤੇ ਤਾਂ ਅਸੀਂ ਕਰਾਂਗੇ 66 ਘਟਾਓ 2 64। ਹੁਣ ਰਮਨ ਕੋਲ ਹੋ ਗਏ 64 ਰੁਪਏ। ਜਦੋਂ ਰਮਨ ਘਰ ਆਇਆ, ਉਸਦੇ ਪਿਤਾ ਜੀ ਨੇ ਉਸਨੂੰ 5 ਰੁਪਏ ਦਿੱਤੇ। ਆਓ ਦੇਖੀਏ ਹੁਣ ਰਮਨ ਕੋਲ ਕਿੰਨੇ ਰੁਪਏ ਹੋ ਗਏ। 10 20 30 40 50 60 61 62 63 64 65 66 67 68 69। ਹੁਣ ਰਮਨ ਕੋਲ ਹੋ ਗਏ 69 ਰੁਪਏ। ਜਦੋਂ ਸਾਨੂੰ ਕਿਤੋਂ ਰੁਪਏ ਮਿਲਦੇ ਹਨ ਤਾਂ ਰੁਪਏ ਵੱਧ ਜਾਂਦੇ ਹਨ, ਮਤਲਬ ਅਸੀਂ ਜੋੜ ਕਰਦੇ ਹਾਂ। ਰਮਨ ਕੋਲ ਸਨ 64 ਰੁਪਏ। ਉਸਦੇ ਪਿਤਾ ਜੀ ਨੇ ਉਸਨੂੰ 5 ਰੁਪਏ ਦਿੱਤੇ। 64 ਜਮਾ 5 ਬਰਾਬਰ 69। ਹੁਣ ਰਮਨ ਕੋਲ ਹੋ ਗਏ 69 ਰੁਪਏ। 70 ਰੁਪਈਆਂ ਵਿੱਚੋਂ 3 ਰੁਪਏ ਰਮਨ ਨੇ ਆਪਣੀ ਭੈਣ ਨੂੰ ਦੇ ਦਿੱਤੇ। ਤਾਂ ਆਓ ਦੇਖੀਏ ਹੁਣ ਰਮਨ ਕੋਲ ਕਿੰਨੇ ਰੁਪਏ ਰਹਿ ਗਏ। 10 20 30 40 50 60 61 62 63 64 65 66। ਤਾਂ ਹੁਣ ਰਮਨ ਕੋਲ ਰਹਿ ਗਏ 66 ਰੁਪਏ। ਰਮਨ ਨੇ ਆਪਣੇ ਰੁਪਈਆਂ ਵਿੱਚੋਂ 3 ਰੁਪਏ ਆਪਣੀ ਭੈਣ ਨੂੰ ਦਿੱਤੇ, ਮਤਲਬ ਉਸ ਕੋਲ ਰੁਪਏ ਘਟ ਗਏ। ਤਾਂ ਅਸੀਂ ਕੀ ਕਰਾਂਗੇ, ਘਟਾਓ ਕਰਾਂਗੇ। ਰਮਨ ਕੋਲ ਸੀ 69 ਰੁਪਏ। 3 ਰੁਪਏ ਉਸਨੇ ਆਪਣੀ ਭੈਣ ਨੂੰ ਦਿੱਤੇ। 69 ਘਟਾਓ 3 66। ਹੁਣ ਰਮਨ ਕੋਲ ਰਹਿ ਗਏ 66 ਰੁਪਏ। ਰਮਨ ਨੇ ਆਪਣੀ ਭੈਣ ਨੂੰ ਜੋ 3 ਰੁਪਏ ਦਿੱਤੇ, ਉਸ ਵਿੱਚੋਂ 1 ਰੁਪਈਆ ਰਮਨ ਦੀ ਭੈਣ ਨੇ ਉਸਨੂੰ ਵਾਪਸ ਕਰ ਦਿੱਤਾ। ਤਾਂ ਆਓ ਦੇਖੀਏ ਹੁਣ ਰਮਨ ਕੋਲ ਕਿੰਨੇ ਰੁਪਏ ਹੋ ਗਏ। 10 20 30 40 50 60 61 62 63 64 65 66 67। ਹੁਣ ਰਮਨ ਕੋਲ ਹੋ ਗਏ 67 ਰੁਪਏ। ਬੱਚਿਓ, ਰਮਨ ਕੋਲ ਸਨ 66 ਰੁਪਏ। 1 ਰੁਪਈਆ ਉਸਦੀ ਭੈਣ ਨੇ ਵਾਪਸ ਕਰ ਦਿੱਤਾ, ਤਾਂ ਮਤਲਬ ਰਮਨ ਕੋਲ ਰੁਪਏ ਵੱਧ ਗਏ। ਅਸੀਂ ਹੁਣ ਕਰਾਂਗੇ ਜੋੜ ਕਰਾਂਗੇ। 66 ਜਮਾ 1 67। ਹੁਣ ਰਮਨ ਕੋਲ ਕਿੰਨੇ ਰੁਪਏ ਹੋ ਗਏ। 67 ਰੁਪਏ। ਰਮਨ ਦੇ ਦਾਦਾ ਜੀ ਨੇ ਵੀ ਉਸਨੂੰ 2 ਰੁਪਏ ਦਿੱਤੇ। ਤਾਂ ਆਓ ਦੇਖੀਏ ਹੁਣ ਰਮਨ ਕੋਲ ਕਿੰਨੇ ਰੁਪਏ ਹੋ ਗਏ। 10 20 30 40 50 60 61 62 63
64 65 66 67 68 69। तो हम रमन को हो गए 69 रुपए। ਬੱਚਿਓ ਰਮਨ ਕੋਲ ਸਨ 67 ਰੁਪਏ, 2 ਰੁਪਏ ਉਸਦੇ ਦਾਦਾ ਜੀ ਨੇ ਦਿੱਤੇ ਤਾਂ ਅਸੀਂ ਕਰਾਂਗੇ 67 ਜਮਾ 2 69। ਹੁਣ ਰਮਨ ਕੋਲ ਹੋ ਗਏ 69 ਰੁਪਏ। ਬੱਚਿਓ ਅੱਜ ਅਸੀਂ ਸਿੱਖਿਆ ਕਰੰਸੀ ਨੋਟਾਂ ਦੀ ਵਰਤੋਂ ਨਾਲ ਸੰਖਿਆਵਾਂ ਨੂੰ ਘਟਾਉਣਾ ਅਤੇ ਵਧਾਉਣਾ। ਜਦੋਂ ਅਸੀਂ ਰੁਪਏ ਕਿਸੇ ਨੂੰ ਦਿੰਦੇ ਹਾਂ ਸਾਡੇ ਰੁਪਏ ਘਟ ਜਾਂਦੇ ਹਨ, ਮਤਲਬ ਅਸੀਂ ਕੀ ਕਰਦੇ ਹਾਂ, ਘਟਾਓ ਕਰਦੇ ਹਾਂ। ਜਦੋਂ ਕੋਈ ਹੋਰ ਸਾਨੂੰ ਰੁਪਏ ਦਿੰਦਾ ਹੈ ਤਾਂ ਸਾਡੇ ਰੁਪਏ ਵੱਧ ਜਾਂਦੇ ਹਨ, ਮਤਲਬ ਅਸੀਂ ਕੀ ਕਰਦੇ ਹਾਂ, ਜੋੜ ਕਰਦੇ ਹਾਂ। ਬੱਚਿਓ ਹੁਣ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਕੁਝ ਕਰੰਸੀ ਨੋਟ ਬਣਾ ਲੈਣੇ ਹਨ ਅਤੇ ਸੰਖਿਆ ਨੂੰ ਵਧਾਉਂਦੇ ਅਤੇ ਘਟਾਉਂਦੇ ਹੋਏ ਬਣਦੀ ਰਾਸ਼ੀ ਪਤਾ ਕਰਨੀ ਹੈ। ਧੰਨਵਾਦ। Hello children, how are you? Yes Ravi, you tell me, how are you? Ma'am, I am fine. Okay, that's good. Now you tell me, what's your name? Ma'am, my name is Simran. That's good Simran. Children, today we are going to learn such questions. These are given at page number 48 of your textbook under the heading Conversation. The first question is, how are you? We answer this question as, I am fine, thank you. Now come on, everyone speak with me. I am fine, thank you. That's good. The next question is, what is your name? To answer this question, you have to tell your name, okay? As I tell my name is Kiran. Now, who will answer this question? Ma'am, my name is Jaspreet Singh. Very good, Jaspreet. Now, it's your turn, Richa. Tell me, what is your name? Ma'am, my name is Richa. That's nice. Now, let's move to the next question. How old are you? To answer this question, you have to tell your age. As you can say, I am 7 years old. Alright, now you tell me. Ma'am, I am 7 years old. That's very good. Now let's move to the next question. Where do you live? Children, to answer this question, you have to tell the place where you live. As I speak, I live in Kapurthala. You tell me your place. Ma'am, I live in Jalandhar. Ma'am, I live in Patiala. Very good, all of you. Now let's do the next question. What is your father's name? We will give the answer as, my father's name is Mr. Then name of your papa. Okay, come on, who will give the answer? My father's name is Mr. Hardeep Singh. Well done, Sukhdeep. Ma'am, my father's name is Mr. Ravinder Pal Singh. Very good, Harpreet. Well done, all the children. You have given the responses very nicely. Now, let's note down homework. Dear children, for your homework, practice to answer these questions with your friends. ਸਤਿ ਸ਼੍ਰੀ ਅਕਾਲ। ਸਵਾਗਤ ਜ਼ਿੰਦਗੀ ਵਿਸ਼ੇ ਦੇ ਤਹਿਤ ਜਮਾਤ ਦੂਜੀ ਪਾਠ ਨੰਬਰ 4 ਘਰ ਸਕੂਲ ਤੇ ਮੇਰਾ ਪਿੰਡ ਦੇ ਵਿੱਚ ਅੱਜ ਅਸੀਂ ਘਰ ਅਤੇ ਸਕੂਲ ਨਾਲ ਪਿਆਰ ਦੇ ਉਪ ਵਿਸ਼ੇ ਬਾਰੇ ਪੜਾਂਗੇ। ਪਿਆਰੇ ਬੱਚਿਓ, ਤੁਸੀਂ ਜਾਣਦੇ ਹੋ ਕਿ ਘਰ ਅਤੇ ਸਕੂਲ ਦਾ ਵਾਤਾਵਰਣ ਅਤੇ ਮਾਹੌਲ ਦਾ ਸਰੂਪ ਵੱਖ-ਵੱਖ ਹੁੰਦਾ ਹੈ। ਘਰ ਵਿੱਚ ਅਸੀਂ ਕੋਈ ਵੀ ਕੰਮ ਆਪਣੀ ਮਰਜ਼ੀ ਨਾਲ ਅਤੇ ਕਿਸੇ ਵੀ ਸਮੇਂ ਕਰ ਸਕਦੇ ਹਾਂ, ਪਰ ਸਕੂਲ ਵਿੱਚ ਸਾਨੂੰ ਕੋਈ ਵੀ ਕੰਮ ਸਹੀ ਸਮੇਂ ਅਨੁਸਾਰ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਕਰਨਾ ਪੈਂਦਾ ਹੈ। ਪਿਆਰੇ ਬੱਚਿਓ, ਸਕਰੀਨ ਦੇ ਉੱਪਰ ਤੁਸੀਂ ਦੋ ਤਸਵੀਰਾਂ ਦੇਖ ਰਹੇ ਹੋ। ਤੁਸੀਂ ਦੱਸਣਾ ਹੈ ਇਹਨਾਂ ਦੇ ਵਿੱਚੋਂ ਕਿਹੜੀ ਤਸਵੀਰ ਘਰ ਦੀ ਹੈ ਅਤੇ ਕਿਹੜੀ ਤਸਵੀਰ ਸਕੂਲ ਦੀ ਹੈ। ਪਿਆਰੇ ਬੱਚਿਓ, ਤੁਸੀਂ ਬਿਲਕੁਲ ਸਹੀ ਜਵਾਬ ਦਿੱਤਾ।
ਪਹਿਲੀ ਤਸਵੀਰ ਸਾਡੇ ਘਰ ਦੀ ਹੈ ਅਤੇ ਦੂਸਰੀ ਤਸਵੀਰ ਸਾਡੇ ਸਕੂਲ ਦੀ ਹੈ। ਪਿਆਰੇ ਬੱਚਿਓ, ਅਗਲੀਆਂ ਤਸਵੀਰਾਂ ਦੇਖੋ ਅਤੇ ਇਹਨਾਂ ਦੇ ਵਿੱਚੋਂ ਪਹਿਚਾਣ ਕਰਕੇ ਦੱਸੋ। ਬਿਲਕੁਲ ਸਹੀ ਦੱਸਿਆ। ਪਹਿਲੀ ਤਸਵੀਰ ਦੇ ਵਿੱਚ ਬੱਚੇ ਸਵੇਰ ਦੀ ਸਭਾ ਦੇ ਵਿੱਚ ਪ੍ਰਾਰਥਨਾ ਕਰ ਰਹੇ ਹਨ ਅਤੇ ਦੂਸਰੀ ਤਸਵੀਰ ਸਾਡੇ ਘਰ ਦੀ ਹੈ ਜਿਸ ਦੇ ਵਿੱਚ ਮਾਤਾ ਜੀ ਕੱਪੜੇ ਧੋ ਰਹੇ ਹਨ। ਹਾਂਜੀ ਬੱਚਿਓ, ਇਹਨਾਂ ਤਸਵੀਰਾਂ ਦੀ ਪਹਿਚਾਣ ਕਰੋ। ਬਿਲਕੁਲ ਸਹੀ ਦੱਸਿਆ। ਪਹਿਲੀ ਤਸਵੀਰ ਸਾਡੇ ਸਕੂਲ ਦੀ ਹੈ ਜਿਸ ਦੇ ਵਿੱਚ ਸਾਡੇ ਅਧਿਆਪਕਾ ਜੀ ਬਲੈਕ ਬੋਰਡ ਦੇ ਰਾਹੀਂ ਬੱਚੇ ਨੂੰ ਪੜ੍ਹਾ ਰਹੇ ਹਨ ਅਤੇ ਦੂਸਰੀ ਤਸਵੀਰ ਸਾਡੇ ਘਰ ਦੀ ਹੈ ਜਿਸ ਦੇ ਵਿੱਚ ਮਿੰਟੂ ਆਪਣੇ ਪਿਤਾ ਜੀ ਕੋਲ ਬੈਠ ਕੇ ਸਕੂਲ ਦਾ ਕੰਮ ਕਰ ਰਿਹਾ ਹੈ। ਪਿਆਰੇ ਬੱਚਿਓ, ਹੁਣ ਇਹਨਾਂ ਤਸਵੀਰਾਂ ਦੀ ਪਹਿਚਾਣ ਕਰੋ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਦੋਨਾਂ ਤਸਵੀਰਾਂ ਦੇ ਵਿੱਚ ਬੱਚੇ ਖੇਡ ਰਹੇ ਹਨ, ਪਰ ਦੋਨਾਂ ਤਸਵੀਰਾਂ ਦੇ ਵਿੱਚ ਫਰਕ ਕੀ ਹੈ ਕਿ ਪਹਿਲੀ ਤਸਵੀਰ ਦੇ ਵਿੱਚ ਬੱਚਿਆਂ ਦੇ ਸਕੂਲ ਵਾਲੀ ਵਰਦੀ ਪਾਈ ਹੋਈ ਹੈ ਜਿਸ ਰਾਹੀਂ ਅਸੀਂ ਪਹਿਚਾਣ ਕਰ ਸਕਦੇ ਹਾਂ ਉਹ ਤਸਵੀਰ ਸਕੂਲ ਦੀ ਹੈ ਅਤੇ ਦੂਸਰੀ ਤਸਵੀਰ ਦੇ ਵਿੱਚ ਬੱਚੇ ਆਪਣੇ ਘਰ ਦੇ ਵਿਹੜੇ ਵਿੱਚ ਖੇਡ ਰਹੇ ਹਨ। ਇਸ ਕਰਕੇ ਇਹ ਤਸਵੀਰ ਸਾਡੇ ਘਰ ਦੀ ਤਸਵੀਰ ਹੈ। ਪਿਆਰੇ ਬੱਚਿਓ, ਉਮੀਦ ਕਰਦਾ ਹਾਂ ਕਿ ਤੁਸੀਂ ਇਸ ਵਿਸ਼ੇ ਬਾਰੇ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਹੁਣ ਵਾਰੀ ਹੈ ਤੁਹਾਡੇ ਘਰ ਦੇ ਕੰਮ ਦੀ। ਜਿਹੜੀਆਂ ਗਤੀਵਿਧੀਆਂ ਤੁਸੀਂ ਘਰ ਦੇ ਵਿੱਚ ਕਰਦੇ ਹੋ ਉਹ ਆਪਣੇ ਅਧਿਆਪਕ ਜੀ ਨਾਲ ਅਤੇ ਜਿਹੜੀਆਂ ਗਤੀਵਿਧੀਆਂ ਤੁਸੀਂ ਸਕੂਲ ਦੇ ਵਿੱਚ ਕਰਦੇ ਹੋ ਉਹ ਗਤੀਵਿਧੀਆਂ ਆਪਣੇ ਮਾਤਾ-ਪਿਤਾ ਜੀ ਨਾਲ ਸਾਂਝੀਆਂ ਕਰਨੀਆਂ ਹਨ। ਧੰਨਵਾਦ। बहुत प्यारे विद्यार्थियों, पंजाबी दी पाठ पुस्तक दा पाठ नंबर 8 है देखो ठहरो ते जाओ, जिसनों तुसी बहुत ध्यान नाल पढ़ चुके हो। बच्चों, अज इसी पाठ चों असी तुहाडे लई लैके आए हां एक गतिविधि जो है सही शब्द दसो। बच्चों, इस गतिविधि विच कुछ चित्र दिखाए जाणगे, उन्हां नाल संबंधित दो शब्द भी लिखे होणगे। असी पता करना है कि किहड़ा शब्द सही है ते क्यों। पता है बच्चों कि असी ये गतिविधि क्यों करन जा रहे हाँ। इसका मंतव है कि इस पाठ दी बोल लिखत करन समय साडियां गलतियां ना होण। आओ देखिए पहला चित्र की है। साइकिल। साइकिल शब्द दा सही रूप लिखण समय ईड़ी नू बिहारी लगाई जाती है। जेकर असी इउं नहीं करते, ईड़ी नू सिहारी लगा दिंदे हाँ तां शब्द रूप गलत हो जाता है क्योंकि वह साइकिल बन जाता है। असी लिखना हुंदा है साइकिल जो ईड़ी नू बिहारी लगा के बनता है। इसी तरह पीली शब्द ते भी ध्यान दिओ। लल्ले दे पैर विच बिंदी लगाना बहुत जरूरी है। जेकर असी नहीं लगांदे तां शब्द रूप गलत हो जाता है। बिल्कुल इसी तरह बच्चों खुशी शब्द दी बनतर वल भी ध्यान दिओ। बच्चियां नू जन्मदिन दी बहुत खुशी हुंदी है, पर लिखण समय बच्चे खुशी दे पैर विच खखे दे पैर विच बिंदी लगाना भुल जाते हैं जो कि शब्द रूप नू गलत कर दिंदा है। तुसी ध्यान रखियो खखे दे पैर ते सस्से दे पैर विच बिंदी जरूर लगायो। बिल्कुल इसी तरह खबर शब्द लिखण समय भी खखे दे पैर विच बिंदी लगनी बहुत जरूरी है। बच्चियों, कुछ शब्द जोड़े लिखण समय अखरां दे पैर विच छोटा जिहा हाहा पाया जाता है। चित्र वाल देखो। बच्चे सवेर दी सभा विच खड़े हन। खड़े शब्द नूं लिखण समय राड़े दे पैर विच हाहा पाउणा बहुत जरूरी है। बिल्कुल इसी तरह थोड़ा शब्द लिखण समय राड़े दे पैर विच ते चंडीगढ़ शब्द लिखण समय राड़े दे पैर विच हाहा लगाना अति जरूरी है, तां ही शब्द रूप सही होवेगा। अजकल शब्द लिखण समय बच्चे लल्ले दे पैर विच हाहा लगाना भुल जाते हैं। बिल्कुल ना भुल्लिओ। अजकल जमातां स्मार्ट हो गई हन तां साडी बोल लिखत भी पहले नालों बेहतर होनी ही चाहिदी है। बच्चिओ, गलतियां नूं घटाइओ, बल्कि कोशिश करियो कि गलतियां होण ही ना। खंबे सुनन च लगदा है बब्बा लिखिया जावेगा, पर असी की लिखना है पब्बा। खंबे लिखण समय पब्बे नूं लाओ लगाई जाती है। बच्चों, ये तां बहुत आम गलती है।
ਮੈਂ ਦੌੜ ਪਹਿਲਾਂ ਪੂਰੀ ਕੀਤੀ। ਪਹਿਲਾਂ ਲਿਖਣ ਸਮੇਂ ਵਿਚਕਾਰਲੇ ਹਾਹੇ ਨੂੰ ਸਿਹਾਰੀ ਲਗਾਉਣੀ ਚਾਹੀਦੀ ਹੈ। ਬਿਲਕੁਲ ਇਸੇ ਤਰ੍ਹਾਂ ਅਸੀਂ ਘਰ ਵਿੱਚ ਰਹਿੰਦੇ ਹਾਂ। ਰਹਿੰਦੇ ਨਹੀਂ, ਰਹਿੰਦੇ, ਹਾਹੇ ਨੂੰ ਸਿਹਾਰੀ। ਬੱਚਿਓ, ਬੱਚਿਆਂ ਸ਼ਬਦ ਲਿਖਣ ਸਮੇਂ ਵੀ ਅਸੀਂ ਇਹ ਗਲਤੀ ਕਰ ਸਕਦੇ ਹਾਂ। ਤੁਸੀਂ ਇਹ ਗਲਤੀ ਨਾ ਕਰਿਓ। ਚੱਚੇ ਨੂੰ ਸਿਹਾਰੀ ਲਗਾਇਓ। ਬੱਚਿਓ, ਜਾਣ ਤੋਂ ਪਹਿਲਾਂ ਘਰ ਦੇ ਕੰਮ ਵੱਲ ਝਾਤ ਮਾਰ ਲਈਏ। ਬੱਚਿਓ, ਘਰ ਦੇ ਕੰਮ ਵਿੱਚ ਤੁਹਾਨੂੰ ਦਿੱਤੇ ਜਾ ਰਹੇ ਹਨ ਕੁਝ ਸ਼ਬਦ ਜੋੜੇ। ਸਹੀ ਸ਼ਬਦ ਦੇਖ ਕੇ ਸਹੀ ਦਾ ਨਿਸ਼ਾਨ ਲਗਾਓ। ਸਤਿ ਸ਼੍ਰੀ ਅਕਾਲ ਬਹੁਤ ਹੀ ਪਿਆਰੇ ਪਿਆਰੇ ਬੱਚਿਓ ਅੱਜ ਆਪਾਂ ਆਪਣਾ ਨਵਾਂ ਅਧਿਆਇ ਸ਼ੁਰੂ ਕਰਨ ਜਾ ਰਹੇ ਹਾਂ। ਅਧਿਆਇ 3 ਗੁਣਾ। ਪਰ ਇਹ ਅਧਿਆਇ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਦੂਸਰੀ ਜਮਾਤ ਦੇ ਕੰਮ ਦੀ ਦੁਹਰਾਈ ਕਰਨੀ ਹੈ ਤੇ ਉਹ ਦੁਹਰਾਈ ਆਪਾਂ ਕਰਾਂਗੇ ਇੱਕ ਕਹਾਣੀ ਸੁਣ ਕੇ। ਮੈਂ ਤੁਹਾਨੂੰ ਇੱਕ ਕਹਾਣੀ ਸੁਣਾਵਾਂਗੀ ਤੇ ਉਸ ਕਹਾਣੀ ਦੇ ਵਿੱਚ ਆਪਾਂ ਸਮੂਹਾਂ ਦਾ ਜੋੜ ਕਰਨਾ ਤੇ ਉਸ ਜੋੜ ਨੂੰ ਵਾਰ ਵਿੱਚ ਬਦਲਣਾ ਸਿੱਖਾਂਗੇ। ਆਓ ਕਰੀਏ। ਬੱਚਿਓ, ਇੱਕ ਵਾਰੀ ਤੁਹਾਡੇ ਵਰਗੇ ਪਿਆਰੇ ਪਿਆਰੇ ਬੱਚੇ ਸਫਾਰੀ ਘੁੰਮਣ ਗਏ। ਉਹਨਾਂ ਨੇ ਆਪਦੇ ਨਾਲ ਅੰਬ ਵੀ ਲੈ ਲਏ ਖਾਣ ਲਈ। ਦੇਖਿਏ ਉਹਨਾਂ ਨੇ ਕਿੰਨੇ ਅੰਬ ਲਏ। ਇੱਕ ਬੱਚੇ ਨੇ 2 ਅੰਬ ਲਏ, ਦੂਜੇ ਨੇ ਵੀ 2 ਹੀ ਅੰਬ ਲਏ। 2 ਤੇ 2 ਕਿੰਨੇ ਹੋ ਗਏ ਬੱਚਿਓ? 4। ਇੱਕ ਹੋਰ ਬੱਚੇ ਨੇ ਵੀ 2 ਅੰਬ ਲਏ। 4 ਤੇ 2 ਹੋ ਗਏ ਬੱਚਿਓ 6। ਤੇ ਚੌਥੇ ਬੱਚੇ ਨੇ ਵੀ 2 ਹੀ ਅੰਬ ਲਏ। ਹੁਣ ਵੇਖੀਏ 6 ਦੇ ਵਿੱਚ 2 ਜੋੜੇ 8। ਸਾਰੇ ਅੰਬ ਕਿੰਨੇ ਹੋ ਗਏ ਬੱਚਿਓ? 8। ਦੇਖੀਏ ਹੁਣ 2 ਕਿੰਨੀ ਵਾਰੀ ਹੈ ਬੱਚਿਓ? 1 2 3 4। ਇਹਦਾ ਮਤਲਬ ਕੀ ਹੈ ਬੱਚਿਓ? 4 ਵਾਰ 2। ਸਫਾਰੀ ਬੱਚਿਓ ਉਹ ਆਪਦੀਆਂ ਕਾਰਾਂ ਤੇ ਘੁੰਮਣ ਗਏ। ਇੱਕ ਕਾਰ ਦੇ 4 ਪਹੀਏ, ਦੂਜੀ ਕਾਰ ਦੇ ਵੀ 4 ਪਹੀਏ। 4 ਤੇ 4 ਕਿੰਨੇ ਹੋ ਗਏ ਬੱਚਿਓ? 8। ਤੀਜੀ ਕਾਰ ਦੇ ਵੀ 4 ਪਹੀਏ। 8 ਤੇ 4 ਹੋ ਗਏ ਬੱਚਿਓ 12। ਤਿੰਨੇ ਕਾਰਾਂ ਦੇ ਕਿੰਨੇ ਪਹੀਏ? 12। ਹੁਣ ਦੇਖੋ ਬੱਚਿਓ 4 ਕਿੰਨੀ ਵਾਰੀ ਹੈ? 1 2 3। ਆਪਾਂ ਇਹਨੂੰ ਹੋਰ ਕਿਵੇਂ ਲਿਖ ਸਕਦੇ ਆ? 3 ਵਾਰ 4। ਸਫਾਰੀ ਪਹੁੰਚ ਕੇ ਬੇਟਾ ਉਹਨਾਂ ਨੇ ਜੰਗਲੀ ਜਾਨਵਰ ਦੇਖੇ। ਇੱਕ ਜਾਨਵਰ ਦੀਆਂ 4 ਲੱਤਾਂ, ਦੂਜੇ ਜਾਨਵਰ ਦੀਆਂ ਵੀ 4 ਲੱਤਾਂ। ਦੋਵੇਂ ਜਾਨਵਰਾਂ ਦੀਆਂ ਹੋ ਗਈਆਂ ਬੱਚਿਓ 8 ਲੱਤਾਂ। ਤੀਜੇ ਜਾਨਵਰ ਦੀਆਂ ਵੀ 4 ਲੱਤਾਂ। 8 ਤੇ 4 ਬੱਚਿਓ 12। ਚੌਥੇ ਜਾਨਵਰ ਦੀਆਂ ਵੀ 4 ਲੱਤਾਂ। 12 ਤੇ 4 ਕਿੰਨੇ ਹੋ ਗਏ ਬੱਚਿਓ? 16। ਚਾਰੇ ਜਾਨਵਰਾਂ ਦੀਆਂ ਕਿੰਨੀਆਂ ਲੱਤਾਂ ਹੋ ਗਈਆਂ? 16। ਇਹਨੂੰ ਆਪਾਂ ਦੇਖੋ ਬੱਚਿਓ 4 ਕਿੰਨੀ ਵਾਰੀ ਹੈ? 1 2 3 4। ਇਹਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ? 4 ਵਾਰ 4। ਜਾਨਵਰਾਂ ਨੂੰ ਦੇਖਣ ਤੋਂ ਬਾਅਦ ਉਹ ਵਾਪਸ ਚੱਲ ਪਏ। ਰਾਹ ਦੇ ਵਿੱਚ ਉਹਨਾਂ ਨੂੰ ਭੁੱਖ ਲੱਗੀ। ਕੁਝ ਬੱਚਿਆਂ ਕੋਲ ਸੇਬ ਸਨ। ਉਹਨਾਂ ਨੇ ਕੋਲੀਆਂ ਵਿੱਚ ਸੇਬ ਪਾ ਕੇ ਖਾਣੇ ਸ਼ੁਰੂ ਕੀਤੇ। ਦੇਖਿਓ ਉਹਨਾਂ ਕੋਲ ਕਿੰਨੇ ਕਿੰਨੇ ਸੇਬ ਸੀ। ਇੱਕ ਕੋਲੀ ਦੇ ਵਿੱਚ ਬੱਚਿਓ 5 ਸੇਬ, ਦੂਜੀ ਕੋਲੀ ਦੇ ਵਿੱਚ ਵੀ 5 ਸੇਬ। 5 ਤੇ 5 ਕਿੰਨੇ ਹੋ ਗਏ ਬੱਚਿਓ? 10। ਤੀਸਰੀ ਕੋਲੀ ਦੇ ਵਿੱਚ ਵੀ 5 ਸੇਬ। 10 ਤੇ 5 ਹੋ ਗਏ ਬੱਚਿਓ 15। ਚੌਥੀ ਕੋਲੀ ਦੇ ਵਿੱਚ ਵੀ 5 ਹੀ ਸੇਬ। 15 ਤੇ 5 ਬੱਚਿਓ 20। ਪੰਜਵੀਂ ਕੋਲੀ ਦੇ ਵਿੱਚ ਵੀ 5 ਹੀ ਸੇਬ। ਕਿੰਨੇ ਹੋ ਗਏ ਬੱਚਿਓ? 20 ਤੇ 5 25। ਅਖੀਰਲੀ ਕੋਲੀ ਦੇ ਵਿੱਚ ਵੀ 5 ਸੇਬ। ਹੁਣੇ ਕਿੰਨੇ ਹੋ ਗਏ ਬੱਚਿਓ? 25 ਤੇ 5 30 ਸੇਬ। 6 ਕੋਲੀਆਂ ਦੇ ਵਿੱਚ ਕਿੰਨੇ ਸੇਬ ਹੈ ਬੱਚਿਓ? 30। ਇੱਥੇ ਦੇਖੋ ਬੱਚਿਓ 5 ਕਿੰਨੀ ਵਾਰੀ ਹੈ? 1 2 3 4 5 6। ਇਹਦਾ ਮਤਲਬ ਹੈ ਕਿ 6 ਵਾਰ 5। ਇਸ ਤਰ੍ਹਾਂ ਬੱਚਿਓ ਉਹਨਾਂ ਨੇ ਘੁੰਮਦੇ ਘੁੰਮਦੇ ਸਮੂਹਾਂ ਦਾ ਜੋੜ ਕਰਨਾ ਤੇ ਉਹਨਾਂ ਨੂੰ ਵਾਰ ਵਿੱਚ ਬਦਲਣਾ ਸਿੱਖ ਲਿਆ। ਹੁਣ ਤੁਹਾਡੇ ਘਰ ਦੇ ਕੰਮ ਦੀ ਵਾਰੀ।
ਹਾਂਜੀ ਬੱਚਿਓ, ਤੁਸੀਂ ਪੇਜ ਨੰਬਰ 67 ਦੇ ਇਹ ਸਵਾਲ ਤੇ ਪੇਜ ਨੰਬਰ 68 ਦੇ ਇਹ ਸਵਾਲ ਹੱਲ ਕਰਨੇ ਹੈ। ਸਤਿ ਸ੍ਰੀ ਅਕਾਲ। Hello dear students, open your textbook at page number 30. Let's do subpart D. Join and write. Let's join suffix ing with these words and write here. Listen carefully. HOLD, hold. ING, ing. Hold, ing, holding. I am holding this pencil. Now I am holding this sharpener. Holding. Next. Yes. HELP. 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 Ing. Helping. Here is Ravi's father. See here. He is helping the poor. Helping, helping. Right here, helping. Next, GR, grow, grow. ING, growing. Look here, the plant is growing, growing. Next, TOUCH, touch. ING, touching. I am touching this marker. I am touching this paper. Touching. Next, yes, SPR, spread, spread, ink, spreading. Look, I am spreading honey on the bread. Spreading, spreading. Now, let's have a look on the pictures we have already discussed. Look here, the ducks are swimming. Now tell me, what is she doing? Yes? Jump? No. Jumping. She is jumping. And what is she doing? Yes, she is eating. The action is going on. Look, he is running. The action is going on. Yes, what is she doing? She is writing. Writing. Yes, who is riding his new bicycle? Preet is riding his new bicycle. So, when the action is taking place, we apply ing with verb. Now it's time for
homework. Add suffix ing with verb harm and gather, and complete this section in your textbook. Bye bye. See you soon. ਪਿਆਰੇ ਬੱਚਿਓ, ਅੱਜ ਆਪਾਂ ਤੀਜੀ ਜਮਾਤ ਦਾ ਵਾਤਾਵਰਣ ਸਿੱਖਿਆ ਦਾ ਪਾਠ 9 ਭੋਜਨ ਪਕਾਈਏ ਅਤੇ ਖਾਈਏ ਤਹਿਤ ਜਾਨਵਰਾਂ ਤੋਂ ਮਿਲਣ ਵਾਲੇ ਭੋਜਨ ਪਦਾਰਥਾਂ ਬਾਰੇ ਗੱਲਬਾਤ ਕਰਾਂਗੇ ਅਤੇ ਜਾਣਾਂਗੇ ਕਿ ਇਹਨਾਂ ਤੋਂ ਸਾਨੂੰ ਕੀ ਕੁਝ ਪ੍ਰਾਪਤ ਹੁੰਦਾ ਹੈ। ਚਲੋ ਕਰੀਏ ਸ਼ੁਰੂ ਫਿਰ। ਸਾਨੂੰ ਜਾਨਵਰਾਂ ਤੋਂ ਬਹੁਤ ਤਰ੍ਹਾਂ ਦਾ ਭੋਜਨ ਪ੍ਰਾਪਤ ਹੁੰਦਾ ਹੈ, ਇਸ ਲਈ ਅਸੀਂ ਇਹਨਾਂ ਜਾਨਵਰਾਂ ਨੂੰ ਘਰਾਂ ਵਿੱਚ ਪਾਲਦੇ ਵੀ ਹਾਂ, ਜਿਵੇਂ ਬੱਕਰੀ, ਗਾਂ ਅਤੇ ਮੱਝ। ਬੱਚਿਓ, ਇਹਨਾਂ ਜਾਨਵਰਾਂ ਤੋਂ ਸਾਨੂੰ ਦੁੱਧ ਪ੍ਰਾਪਤ ਹੁੰਦਾ ਹੈ। ਦੁੱਧ ਤੋਂ ਹੋਰ ਕਿਹੜੀਆਂ ਸਵਾਦਿਸ਼ਟ ਚੀਜ਼ਾਂ ਪ੍ਰਾਪਤ ਹੁੰਦੀਆਂ ਹਨ, ਆਓ ਦੇਖੀਏ। ਹਾਂਜੀ ਪਿਆਰੇ ਬੱਚਿਓ, ਇਸ ਦੁੱਧ ਤੋਂ ਦਹੀਂ, ਲੱਸੀ, ਮੱਖਣ, ਪਨੀਰ ਅਤੇ ਘਿਓ ਆਦਿ ਵਰਗੀਆਂ ਸਵਾਦਿਸ਼ਟ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਹਨ। ਬੱਚਿਓ, ਕੀ ਤੁਹਾਨੂੰ ਪਤਾ ਹੈ ਕਿ ਲੱਸੀ ਕਿਸ ਤਰ੍ਹਾਂ ਤਿਆਰ ਕੀਤੀ ਜਾਂਦੀ ਹੈ? ਬਿਲਕੁਲ ਸਹੀ, ਲੱਸੀ ਦਹੀਂ ਤੋਂ ਤਿਆਰ ਕੀਤੀ ਜਾਂਦੀ ਹੈ। ਦੁੱਧ ਨੂੰ ਜਾਗ ਲਗਾ ਕੇ ਦਹੀਂ ਤਿਆਰ ਕੀਤਾ ਜਾਂਦਾ ਹੈ ਅਤੇ ਦਹੀਂ ਨੂੰ ਰਿੜਕ ਕੇ ਲੱਸੀ ਤਿਆਰ ਕੀਤੀ ਜਾਂਦੀ ਹੈ। ਬੱਚਿਓ, ਤੁਸੀਂ ਹੁਣੇ ਜਾਣਿਆ ਕਿ ਬੱਕਰੀ, ਗਾਂ ਅਤੇ ਮੱਝ ਸਾਡੇ ਲਈ ਕਿੰਨੇ ਉਪਯੋਗੀ ਹਨ, ਪਰ ਕੁਝ ਖੇਤਰਾਂ ਜਿਵੇਂ ਮਾਰੂਥਲ ਅਤੇ ਪਹਾੜੀ ਖੇਤਰਾਂ ਵਿੱਚ ਗਾਂ, ਮੱਝ ਅਤੇ ਬੱਕਰੀ ਆਦਿ ਜਾਨਵਰ ਨਹੀਂ ਪਾਏ ਜਾਂਦੇ। ਅਜਿਹੇ ਇਲਾਕੇ ਜਿਵੇਂ ਕਿ ਮਾਰੂਥਲ ਵਿੱਚ ਜ਼ਿਆਦਾਤਰ ਊਂਠ ਹੀ ਪਾਏ ਜਾਂਦੇ ਹਨ, ਇਸ ਲਈ ਲੋਕ ਊਂਠਣੀ ਦਾ ਦੁੱਧ ਹੀ ਪੀਂਦੇ ਹਨ। ਇਸ ਤੋਂ ਇਲਾਵਾ ਬੱਚਿਓ, ਪਹਾੜੀ ਖੇਤਰਾਂ ਵਿੱਚ ਯਾਕ ਨਾਮ ਦਾ ਜਾਨਵਰ ਪਾਇਆ ਜਾਂਦਾ ਹੈ ਅਤੇ ਇਸ ਜਾਨਵਰ ਦਾ ਹੀ ਦੁੱਧ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਬੱਚਿਓ, ਕੁਝ ਹੋਰ ਜਾਨਵਰ ਜਿਵੇਂ ਮੁਰਗੀ, ਮੱਛੀ ਅਤੇ ਬੱਤਖ ਵੀ ਬਹੁਤ ਉਪਯੋਗੀ ਹੁੰਦੇ ਹਨ। ਇਹਨਾਂ ਤੋਂ ਸਾਨੂੰ ਮੀਟ ਅਤੇ ਅੰਡੇ ਵੀ ਮਿਲਦੇ ਹਨ। ਮੁਰਗੀਆਂ ਤਾਂ ਲੋਕ ਘਰਾਂ ਵਿੱਚ ਆਮ ਹੀ ਪਾਲਦੇ ਹਨ। ਮੁਰਗੀ ਤੋਂ ਸਾਨੂੰ ਆਂਡੇ ਅਤੇ ਮੀਟ ਮਿਲਦਾ ਹੈ। ਇਸ ਤੋਂ ਇਲਾਵਾ ਬੱਚਿਓ, ਬੱਤਖ ਤੋਂ ਵੀ ਸਾਨੂੰ ਆਂਡੇ ਮਿਲਦੇ ਹਨ ਅਤੇ ਕਈ ਲੋਕ ਮੱਛੀ ਨੂੰ ਭੋਜਨ ਦੇ ਰੂਪ ਵਿੱਚ ਖਾਣਾ ਪਸੰਦ ਕਰਦੇ ਹਨ। ਹਾਂਜੀ ਬੱਚਿਓ, ਹੁਣ ਵਾਰੀ ਹੈ ਘਰ ਦੇ ਕੰਮ ਦੀ। ਸਾਡਾ ਪਹਿਲਾ ਪ੍ਰਸ਼ਨ ਹੈ, ਅਸੀਂ ਕਿਹੜੇ-ਕਿਹੜੇ ਜਾਨਵਰ ਤੋਂ ਦੁੱਧ ਪ੍ਰਾਪਤ ਕਰਦੇ ਹਾਂ? ਅਤੇ ਸਾਡਾ ਦੂਜਾ ਪ੍ਰਸ਼ਨ ਹੈ, ਦਹੀਂ ਅਤੇ ਲੱਸੀ ਕਿਸ ਤੋਂ ਬਣਦੇ ਹਨ? ਬੱਚਿਓ, ਇਹਨਾਂ ਦੋਨਾਂ ਪ੍ਰਸ਼ਨਾਂ ਨੂੰ ਤੁਸੀਂ ਆਪਣੀ ਕਾਪੀ ਵਿੱਚ ਸੋਹਣਾ ਕਰਕੇ ਲਿਖਣਾ ਹੈ। ਪਿਆਰੇ ਬੱਚਿਓ, ਪਾਠ 8ਵਾਂ ਤੂੰ ਮੇਰੀ ਬਾਤ ਧਿਆਨ ਨਾਲ ਸੁਣਨਾ ਬਈ। 3 ਅੱਖਰਾਂ ਵਿੱਚ ਮੇਰੀ ਸ਼ਾਨ, ਅੰਦਰ ਮੇਰੇ ਭਰਿਆ ਗਿਆਨ, ਮੈਨੂੰ ਪੜ੍ਹ ਕੇ ਬਣੋ ਮਹਾਨ, ਬੁੱਝੋ ਬੱਚਿਓ ਮੇਰਾ ਨਾਮ। ਹਾਂਜੀ, ਸ਼ਾਬਾਸ਼, ਸਾਰੇ ਬੱਚਿਆਂ ਨੇ ਬੁੱਝ ਲਿਆ ਬਈ। ਕਿਤਾਬ ਆਪਾਂ ਇੱਕ ਨਵੇਕਲੀ ਜੀ ਵਿਆਕਰਨ ਕਿਰਿਆ ਸਿੱਖਦੇ ਹਾਂ, ਲੇਖ ਲਿਖਣਾ, ਤੇ ਲੇਖ ਲਿਖਣ ਦਾ ਵਿਸ਼ਾ ਆਪਾਂ ਚੁਣਿਆ ਹੈ ਮੇਰੀ ਕਿਤਾਬ। ਲਿਖਣ ਸਮੇਂ ਸਭ ਤੋਂ ਪਹਿਲਾਂ ਕੁਝ ਵਾਕਾਂ ਰਾਹੀਂ ਲੇਖ ਦੀ ਭੂਮਿਕਾ ਬੰਨੀ ਜਾਂਦੀ ਹੈ। ਕਿਤਾਬਾਂ ਦੀ ਮਹੱਤਤਾ ਬਾਰੇ ਕੁਝ ਵਾਕ ਲਿਖਾਂਗੇ ਜੋ ਕਿਤਾਬਾਂ ਦੇ ਗੁਣਾਂ ਨੂੰ ਪ੍ਰਗਟ ਕਰਦੇ ਹੋਣ। ਚਲੋ ਫਿਰ ਸ਼ੁਰੂ ਕਰਦੇ ਹਾਂ। ਪਹਿਲਾ ਵਾਕ, ਕਿਤਾਬਾਂ ਗਿਆਨ ਦਾ ਭੰਡਾਰ ਹੁੰਦੀਆਂ ਹਨ। ਕਿਤਾਬਾਂ ਮਨੁੱਖ ਨੂੰ ਮਹਾਨ ਬਣਾਉਂਦੀਆਂ ਹਨ ਤੇ ਕਿਤਾਬਾਂ ਪੜ੍ਹ ਕੇ ਸਾਨੂੰ ਖੁਸ਼ੀ ਵੀ ਮਿਲਦੀ ਹੈ। ਬੱਚਿਓ, ਕਿਤਾਬਾਂ ਜਿੱਥੇ ਸਾਨੂੰ ਗਿਆਨ ਦਿੰਦੀਆਂ ਹਨ, ਉੱਥੇ ਹੀ ਸਾਨੂੰ ਕਿਤਾਬਾਂ ਪੜ੍ਹ ਕੇ ਆਨੰਦ ਆਉਂਦਾ ਹੈ। ਤਾਂ ਅਗਲਾ ਵਾਕ ਅਸੀਂ ਲਿਖਾਂਗੇ, ਕਿਤਾਬਾਂ ਸਾਡਾ ਮਨੋਰੰਜਨ ਵੀ ਕਰਦੀਆਂ ਹਨ। ਤਾਂ ਇਸ ਤਰ੍ਹਾਂ ਕਿਤਾਬਾਂ ਦੇ ਗੁਣਾਂ ਨੂੰ ਬਿਆਨ ਕਰਨ ਵਾਲੇ ਵਾਕ ਤੁਸੀਂ ਆਪਣੀ ਭੂਮਿਕਾ ਦੇ ਵਿੱਚ ਸ਼ਾਮਿਲ ਕਰ ਸਕਦੇ ਹੋ। ਬੱਚਿਓ, ਭੂਮਿਕਾ ਤੋਂ ਬਾਅਦ ਹੁਣ ਲੇਖ ਨੂੰ ਆਪਾਂ
ਆਪਣੇ ਨਾਲ ਜੋੜਨਾ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਕਿਤਾਬਾਂ ਦੇ ਸ਼ੌਂਕ ਦੀ ਗੱਲ ਕਰਾਂਗੇ ਕਿ ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਹੈ। ਤਾਂ ਫਿਰ ਮੇਰੇ ਕੋਲ ਬਹੁਤ ਸਾਰੀਆਂ ਕਿਤਾਬਾਂ ਵੀ ਹੋਣਗੀਆਂ। ਤਾਂ ਅਗਲਾ ਵਾਕ ਆਪਾਂ ਲਿਖਦੇ ਹਾਂ, ਮੇਰੇ ਕੋਲ ਬਹੁਤ ਸਾਰੀਆਂ ਕਿਤਾਬਾਂ ਹਨ। ਤਾਂ ਬੱਚਿਓ, ਹੁਣ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚੋਂ ਜਿਹੜੀ ਕਿਤਾਬ ਸਾਨੂੰ ਸਭ ਤੋਂ ਚੰਗੀ ਲੱਗਦੀ ਹੈ ਉਸ ਦੇ ਗੁਣਾਂ ਬਾਰੇ ਆਪਾਂ ਲਿਖਣਾ ਹੈ। ਮੈਨੂੰ ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਬਹੁਤ ਚੰਗੀ ਲੱਗਦੀ ਹੈ ਬੱਚਿਓ, ਤਾਂ ਮੈਂ ਇਸ ਬਾਰੇ ਹੀ ਗੱਲ ਕਰਾਂਗੀ। ਮੈਨੂੰ ਮੇਰੀ ਪੰਜਾਬੀ ਦੀ ਪਾਠ ਪੁਸਤਕ ਬਹੁਤ ਪਸੰਦ ਹੈ। ਹੁਣ ਕਿਉਂ ਪਸੰਦ ਹੈ? ਕਿਉਂਕਿ ਇਸ ਦੀ ਛਪਾਈ ਬਹੁਤ ਸੁੰਦਰ ਹੈ। ਇਸ ਦੇ ਬਹੁਤ ਸਾਰੇ ਗੁਣਾਂ ਦੀ ਆਪਾਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਇਸ ਦੀ ਛਪਾਈ ਕਾਫੀ ਸੁੰਦਰ ਹੈ ਤੇ ਕਾਗਜ਼ ਵੀ ਸੋਹਣਾ ਹੈ। ਹੁਣ ਬੱਚਿਓ, ਇਸ ਕਿਤਾਬ ਨੂੰ ਕਿਸੇ ਸੰਸਥਾ ਨੇ ਛਾਪਿਆ ਹੈ। ਉਸ ਸੰਸਥਾ ਦਾ ਆਪਾਂ ਨਾਮ ਲਿਖਾਂਗੇ। ਕਿਸ ਸੰਸਥਾ ਨੇ ਛਾਪਿਆ ਹੈ ਬਈ? ਪੰਜਾਬ ਸਕੂਲ ਸਿੱਖਿਆ ਬੋਰਡ। ਇਹ ਕਿਤਾਬ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਛਾਪੀ ਗਈ ਹੈ। ਹੁਣ ਇਸ ਕਿਤਾਬ ਦੇ ਕਿੰਨੇ ਪੰਨੇ ਹਨ ਬੱਚਿਓ? ਸ਼ਾਬਾਸ਼! ਇਸ ਕਿਤਾਬ ਦੇ 132 ਪੰਨੇ ਹਨ ਤੇ ਹਰ ਪੰਨੇ ਉੱਤੇ ਮੋਤੀਆਂ ਵਰਗੇ ਸੁੰਦਰ ਅੱਖਰ ਲਿਖੇ ਹੋਏ ਹਨ। ਤਾਂ ਇਸ ਤਰ੍ਹਾਂ ਹੀ ਆਪਾਂ ਕਿਤਾਬ ਦੇ ਹੋਰ ਗੁਣਾਂ ਦੀ ਗੱਲ ਕਰਦੇ ਹਾਂ। ਸਾਨੂੰ ਕਿਤਾਬ ਵਿੱਚ ਸਭ ਤੋਂ ਵੱਧ ਕਿਹੜੀ ਚੀਜ਼ ਪਿਆਰੀ ਲੱਗਦੀ ਹੈ ਬਈ? ਤਸਵੀਰਾਂ। ਇਸ ਦੀਆਂ ਤਸਵੀਰਾਂ ਬਹੁਤ ਸੁੰਦਰ ਹਨ। ਹੁਣ ਬੱਚਿਓ, ਇਸ ਦੇ ਪਾਠ ਕਿੰਨੇ ਹਨ? ਪਾਠ 21 ਪਾਠ। ਇਸ ਵਿੱਚ 21 ਪਾਠ ਹਨ। ਹੁਣ ਕਿਤਾਬ ਦੀ ਭਾਸ਼ਾ ਦੀ ਗੱਲ ਕਰਾਂਗੇ ਆਪਾਂ। ਇਸ ਦੀ ਭਾਸ਼ਾ ਬਹੁਤ ਸਰਲ ਹੈ ਤੇ ਇਸ ਕਿਤਾਬ ਨੂੰ ਪੜ੍ਹ ਕੇ ਮੈਨੂੰ ਬਹੁਤ ਆਨੰਦ ਆਉਂਦਾ ਹੈ। ਮੈਨੂੰ ਬਾਲ ਬੋਲੀਆਂ ਬਹੁਤ ਚੰਗੀਆਂ ਲੱਗਦੀਆਂ ਹਨ। ਅਗਲੇ ਵਾਕ ਵਿੱਚ ਮੈਂ ਲਿਖਾਂਗੀ, ਬਾਲ ਬੋਲੀਆਂ ਮੈਨੂੰ ਸਭ ਤੋਂ ਵੱਧ ਪਿਆਰੀਆਂ ਲੱਗਦੀਆਂ ਹਨ। ਬੱਚਿਓ, ਤੁਹਾਨੂੰ ਜਿਹੜਾ ਵੀ ਪਾਠ ਪਸੰਦ ਹੈ ਤੁਸੀਂ ਇਸ ਵਾਕ ਵਿੱਚ ਉਸ ਪਾਠ ਦਾ ਨਾਮ ਸ਼ਾਮਿਲ ਕਰ ਸਕਦੇ ਹੋ। ਬੱਚਿਓ, ਇਹ ਕਿਤਾਬ ਤੁਹਾਨੂੰ ਕਿਹੋ ਜਿਹੀ ਲੱਗਦੀ ਹੈ? ਸੱਚੇ ਸਾਥੀ ਵਰਗੀ। ਮੇਰੀ ਕਿਤਾਬ ਮੈਨੂੰ ਸੱਚੇ ਸਾਥੀ ਵਾਂਗ ਲੱਗਦੀ ਹੈ। ਤਾਂ ਅੰਤ ਵਿੱਚ ਬੱਚਿਓ, ਜੋ ਕਿਤਾਬ ਸਾਨੂੰ ਪਿਆਰੀ ਲੱਗਦੀ ਹੈ ਅਸੀਂ ਆਪਣੀ ਉਸ ਕਿਤਾਬ ਨੂੰ ਸੰਭਾਲ ਕੇ ਜ਼ਰੂਰ ਰੱਖਦੇ ਹਾਂ। ਤਾਂ ਅੰਤਿਮ ਵਾਕ ਵਿੱਚ ਅਸੀਂ ਲਿਖਾਂਗੇ, ਮੈਂ ਆਪਣੀ ਕਿਤਾਬ ਨੂੰ ਹਮੇਸ਼ਾ ਸੰਭਾਲ ਕੇ ਰੱਖਾਂਗੀ। ਬੱਚਿਓ, ਇਹ ਲੇਖ ਜੋ ਤੁਸੀਂ ਲਿਖਣਾ ਸਿੱਖ ਲਿਆ ਹੈ। ਘਰ ਦਾ ਕੰਮ ਪੰਨਾ ਨੰਬਰ 48 ਤੇ ਮੇਰੀ ਕਿਤਾਬ ਲੇਖ ਲਿਖੋ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਜਮਾਤ ਚੌਥੀ ਵਿਸ਼ਾ ਗਣਿਤ। ਅੱਜ ਅਸੀਂ ਭਾਗ ਦੇ ਗੁਣਾਂ ਨੂੰ ਵਰਤਦੇ ਹੋਏ ਅਭਿਆਸ 2.7 ਦੇ ਸਵਾਲ ਹੱਲ ਕਰਾਂਗੇ ਤੇ ਆਓ ਸ਼ੁਰੂ ਕਰੀਏ। ਮੇਰੇ ਕੋਲ ਹਨ 8 ਰੁਪਏ। 1 2 3 4 5 6 7 8। ਇਹ 8 ਰੁਪਏ ਮੈਂ ਬੱਚਿਆਂ ਵਿੱਚ ਬਰਾਬਰ ਬਰਾਬਰ ਵੰਡਨੇ ਹਨ, ਪਰ ਇੱਥੇ ਬੱਚਾ ਤਾਂ ਸਿਰਫ ਇੱਕ ਹੀ ਹੈ, ਇਸ ਲਈ ਇਹ 8 ਰੁਪਏ ਇੱਕ ਬੱਚੇ ਨੂੰ ਹੀ ਮਿਲ ਗਏ। ਬੱਚਿਓ, ਮੇਰੇ ਕੋਲ 8 ਸਕੈਚ ਕਲਰ ਹਨ, ਇਹ ਅਸੀਂ ਵੰਡਣੇ ਹਨ, ਪਰ ਇੱਥੇ ਬੱਚਾ ਤਾਂ ਇੱਕ ਹੀ ਹੈ, ਇਸ ਲਈ ਇਹ ਸਾਰੇ ਦੇ ਸਾਰੇ 8 ਕਲਰ ਉਸ ਨੂੰ ਹੀ ਮਿਲ ਗਏ। ਇਸ ਤਰ੍ਹਾਂ ਬੱਚਿਓ, ਅਸੀਂ ਦੇਖਿਆ 8 ਨੂੰ ਜਦੋਂ 1 ਨਾਲ ਭਾਗ ਕਰਦੇ ਹਾਂ ਤਾਂ ਉੱਤਰ 8 ਆਉਂਦਾ ਹੈ। ਇਸ ਤਰ੍ਹਾਂ ਬੱਚਿਓ, ਜਦੋਂ ਕਿਸੇ ਸੰਖਿਆ ਨੂੰ 1 ਨਾਲ ਭਾਗ ਕਰਦੇ ਹਾਂ ਤਾਂ ਜਵਾਬ ਉਹੀ ਸੰਖਿਆ ਹੁੰਦੀ ਹੈ। ਜਿਵੇਂ ਕਿ ਅਸੀਂ 8 ਨੂੰ 1 ਨਾਲ ਭਾਗ ਦਿੱਤਾ ਹੈ ਤਾਂ ਜਵਾਬ ਉਹੀ ਸੰਖਿਆ ਭਾਵ 8 ਹੀ ਉੱਤਰ ਆ ਰਿਹਾ ਹੈ। ਇਸੇ ਤਰ੍ਹਾਂ ਬੱਚਿਓ, ਸੰਖਿਆ ਚਾਹੇ 2 ਅੰਕੀ ਹੋਵੇ ਤਾਂ ਵੀ ਜਵਾਬ ਉਹੀ ਸੰਖਿਆ ਹੋਵੇਗੀ। ਜਿਸ ਤਰ੍ਹਾਂ 16 ਭਾਗ 1 ਬਰਾਬਰ 16 ਭਾਵ ਉੱਤਰ ਉਹੀ ਸੰਖਿਆ 16 ਹੀ ਆ ਰਿਹਾ ਹੈ। ਇਸੇ ਤਰ੍ਹਾਂ ਬੱਚਿਓ, ਸੰਖਿਆ ਚਾਹੇ 3 ਅੰਕੀ ਹੋਵੇ ਤਾਂ ਵੀ ਉੱਤਰ ਉਹੀ ਸੰਖਿਆ ਹੁੰਦੀ ਹੈ। ਜਿਵੇਂ ਕਿ 115 ਭਾਗ 1 ਬਰਾਬਰ ਉੱਤਰ ਉਹੀ ਸੰਖਿਆ 115 ਹੀ ਆ ਰਿਹਾ ਹੈ। ਹੁਣ ਬੱਚਿਓ, ਅਸੀਂ ਅਭਿਆਸ ਦਾ ਸਵਾਲ ਹੱਲ ਕਰਦੇ ਹਾਂ। 12 ਭਾਗ 1 ਉੱਤਰ ਬਰਾਬਰ ਕੀ ਆਵੇਗਾ? ਹਾਂਜੀ ਸੋਚੋ। ਵੈਰੀ ਗੁੱਡ।
12 ਭਾਗ 1 ਬਰਾਬਰ ਉੱਤਰ ਉਹੀ ਸੰਖਿਆ ਹੁੰਦੀ ਹੈ। ਭਾਵ ਉੱਤਰ 12 ਹੀ ਆ ਰਿਹਾ ਹੈ। ਇਹਨਾਂ 4 ਬੱਚਿਆਂ ਦੇ ਦਾਦੀ ਮਾਂ ਕੋਲ 100 ਰੁਪਏ ਦੇ 4 ਨੋਟ ਸਨ। 1 2 3 4 ਨੋਟ। ਤੇ ਰੱਖੜੀ ਦੇ ਤਿਉਹਾਰ ਤੇ ਦਾਦੀ ਮਾਂ ਨੇ ਸਾਰਿਆਂ ਨੂੰ ਬਰਾਬਰ ਰੁਪਏ ਵੰਡੇ। ਤਾਂ ਦੇਖਦੇ ਹਾਂ ਹਰ ਇੱਕ ਬੱਚੇ ਨੂੰ ਕਿੰਨੇ ਰੁਪਏ ਮਿਲੇ। ਅਸੀਂ ਦੇਖਿਆ ਹਰ ਇੱਕ ਬੱਚੇ ਨੂੰ 100 ਰੁਪਏ ਦਾ ਇੱਕ ਨੋਟ ਹੀ ਮਿਲਿਆ ਹੈ। ਬੱਚਿਓ, ਹੁਣ ਮੇਰੇ ਕੋਲ 4 ਪੇਪਰ ਟੁਆਇਜ਼ ਹਨ ਤੇ ਇਹ ਮੈਂ ਇਹਨਾਂ 4 ਬੱਚਿਆਂ ਨੂੰ ਬਰਾਬਰ ਵੰਡਣੇ ਹਨ। ਤਾਂ ਦੇਖਦੇ ਹਾਂ ਹਰ ਇੱਕ ਬੱਚੇ ਨੂੰ ਕਿੰਨੇ ਟੁਆਇਜ਼ ਮਿਲਦੇ ਹਨ। ਹੁਣ ਤੁਸੀਂ ਦੇਖਿਆ ਇਹਨਾਂ 4 ਬੱਚਿਆਂ ਨੂੰ ਇੱਕ ਟੁਆਏ ਹੀ ਮਿਲਿਆ ਹੈ। ਇਸ ਤਰ੍ਹਾਂ ਪਿਆਰੇ ਬੱਚਿਓ 4 ਨੂੰ 4 ਨਾਲ ਭਾਗ ਕਰਨ ਤੇ ਉੱਤਰ 1 ਆਉਂਦਾ ਹੈ। ਇਸ ਤਰ੍ਹਾਂ ਬੱਚਿਓ ਜਦੋਂ ਸੰਖਿਆ ਨੂੰ ਉਸੇ ਹੀ ਸੰਖਿਆ ਨਾਲ ਅਸੀਂ ਭਾਗ ਕਰਦੇ ਹਾਂ ਤਾਂ ਜਵਾਬ ਹਮੇਸ਼ਾ 1 ਹੁੰਦਾ ਹੈ। ਜਿਵੇਂ ਕਿ ਅਸੀਂ 4 ਨੂੰ 4 ਨਾਲ ਭਾਗ ਦਿੱਤਾ ਹੈ ਤਾਂ ਜਵਾਬ 1 ਆ ਰਿਹਾ ਹੈ। ਉਸੇ ਹੀ ਸੰਖਿਆ ਨਾਲ ਭਾਗ ਦੇ ਰਹੇ ਹਾਂ 4 ਨੂੰ 4 ਨਾਲ। ਸੰਖਿਆ ਚਾਹੇ 2 ਅੰਕੀ ਹੋਵੇ ਤਾਂ ਵੀ ਬੱਚਿਓ ਉੱਤਰ 1 ਹੀ ਹੁੰਦਾ ਹੈ। ਜਿਵੇਂ ਕਿ 45 ਭਾਗ 45 ਉਸੇ ਹੀ ਸੰਖਿਆ ਨਾਲ ਭਾਗ ਦੇ ਰਹੇ ਹਾਂ ਤਾਂ ਉੱਤਰ 1 ਆ ਰਿਹਾ ਹੈ। ਇਸੇ ਤਰ੍ਹਾਂ ਸੰਖਿਆ ਚਾਹੇ 3 ਅੰਕੀ ਹੋਵੇ ਤਾਂ ਵੀ ਉੱਤਰ 1 ਹੀ ਹੁੰਦਾ ਹੈ। ਤਾਂ ਚਲੋ ਬੱਚਿਓ ਹੁਣ ਅਸੀਂ ਅਭਿਆਸ ਦਾ ਸਵਾਲ ਹੱਲ ਕਰਦੇ ਹਾਂ। ਅਜਿਹੀ ਕਿਹੜੀ ਸੰਖਿਆ ਹੈ ਜਿਸ ਨੂੰ 15 ਨਾਲ ਭਾਗ ਕਰਨ ਤੇ ਉੱਤਰ 1 ਆਉਂਦਾ ਹੈ? ਹਾਂਜੀ ਸੋਚੋ। ਵੈਰੀ ਗੁੱਡ। ਹਾਂਜੀ 15। 15 ਭਾਗ 15 ਬਰਾਬਰ 1 ਹੁੰਦਾ ਹੈ। ਹੁਣ ਇਹਨਾਂ 3 ਬੱਚਿਆਂ ਨੇ ਚਾਕ ਬਾਕਸ ਦੇ ਵਿੱਚੋਂ ਕੁਝ ਚੌਕ ਲੈਣੇ ਹਨ। ਪਰ ਬੱਚਿਓ ਚਾਕ ਬਾਕਸ ਤਾਂ ਖਾਲੀ ਹੈ। ਇਸ ਤਰ੍ਹਾਂ ਤਿੰਨਾਂ ਨੂੰ ਕੋਈ ਵੀ ਚੌਕ ਨਹੀਂ ਮਿਲਿਆ। ਹੁਣ ਇਹਨਾਂ 3 ਬੱਚਿਆਂ ਨੂੰ ਵੀ ਅਸੀਂ ਕੁਝ ਵੰਡਣਾ ਹੈ ਪਰ ਪਲੇਟ ਤਾਂ ਖਾਲੀ ਹੈ। ਇਸ ਤਰ੍ਹਾਂ ਇਹਨਾਂ 3 ਬੱਚਿਆਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਇਆ। ਮਤਲਬ 0 ਭਾਗ 3 ਬਰਾਬਰ 0 ਹੁੰਦਾ ਹੈ। ਮਤਲਬ ਜਦੋਂ 0 ਨੂੰ ਕਿਸੇ ਸੰਖਿਆ ਨਾਲ ਭਾਗ ਕਰਦੇ ਹਾਂ ਤਾਂ ਜਵਾਬ ਹਮੇਸ਼ਾ 0 ਹੀ ਆਵੇਗਾ। ਬੱਚਿਓ ਸੰਖਿਆ ਚਾਹੇ 2 ਅੰਕੀ ਹੋਵੇ ਜਾਂ 3 ਅੰਕੀ ਉੱਤਰ ਹਮੇਸ਼ਾ 0 ਹੀ ਆਵੇਗਾ। ਹੁਣ ਅਸੀਂ ਅਭਿਆਸ ਦਾ ਸਵਾਲ ਹੱਲ ਕਰਦੇ ਹਾਂ। 0 ਭਾਗ 8 ਬਰਾਬਰ ਉੱਤਰ ਕੀ ਹੋਵੇਗਾ? ਹਾਂਜੀ ਸੋਚੋ। ਵੈਰੀ ਗੁੱਡ। 0 ਭਾਗ 8 ਬਰਾਬਰ ਉੱਤਰ 0 ਹੁੰਦਾ ਹੈ। ਹੁਣ ਅਸੀਂ ਬੱਚਿਓ ਭਾਗ ਦਾ ਇੱਕ ਹੋਰ ਗੁਣ ਦੇਖਦੇ ਹਾਂ। ਕਿਸੇ ਵੀ ਸੰਖਿਆ ਨੂੰ 0 ਨਾਲ ਭਾਗ ਨਹੀਂ ਕੀਤਾ ਜਾ ਸਕਦਾ। ਮਤਲਬ 5 ਭਾਗ 0 ਅਸੰਭਵ ਹੈ। ਬੱਚਿਓ ਸੰਖਿਆ ਚਾਹੇ 2 ਅੰਕੀ ਹੋਵੇ ਜਾਂ 3 ਅੰਕੀ 0 ਨਾਲ ਭਾਗ ਕਰਨਾ ਅਸੰਭਵ ਹੈ। ਇਸ ਤਰ੍ਹਾਂ ਪਿਆਰੇ ਬੱਚਿਓ ਭਾਗ ਦੇ ਗੁਣਾਂ ਵਿੱਚ ਅੱਜ ਤੁਸੀਂ ਸਿੱਖਿਆ ਜਦੋਂ ਕਿਸੇ ਸੰਖਿਆ ਨੂੰ 1 ਨਾਲ ਭਾਗ ਕਰਦੇ ਹਾਂ ਤਾਂ ਜਵਾਬ ਉਹੀ ਸੰਖਿਆ ਹੁੰਦੀ ਹੈ। ਜਦੋਂ ਕਿਸੇ ਸੰਖਿਆ ਨੂੰ ਉਸੇ ਹੀ ਸੰਖਿਆ ਨਾਲ ਭਾਗ ਕਰਦੇ ਹਾਂ ਤਾਂ ਜਵਾਬ ਹਮੇਸ਼ਾ 1 ਹੁੰਦਾ ਹੈ। ਤੇ ਜਦੋਂ 0 ਨੂੰ ਕਿਸੇ ਸੰਖਿਆ ਨਾਲ ਭਾਗ ਕਰਦੇ ਹਾਂ ਤਾਂ ਜਵਾਬ ਹਮੇਸ਼ਾ 0 ਹੁੰਦਾ ਹੈ। ਅਤੇ ਕਿਸੇ ਵੀ ਸੰਖਿਆ ਨੂੰ 0 ਨਾਲ ਭਾਗ ਨਹੀਂ ਕੀਤਾ ਜਾ ਸਕਦਾ। ਭਾਗ ਦੇ ਇਹਨਾਂ ਗੁਣਾਂ ਨੂੰ ਹੀ ਬੱਚਿਓ ਵਰਤਦੇ ਹੋਏ ਅੱਜ ਤੁਸੀਂ ਅਭਿਆਸ 2.7 ਦੇ ਇਹ ਸਾਰੇ ਸਵਾਲ ਇਸੇ ਤਰ੍ਹਾਂ ਆਪਣੀ ਕਾਪੀ ਵਿੱਚ ਹੱਲ ਕਰਨੇ ਹਨ। ਥੈਂਕ ਯੂ। Hello students, today we will discuss objective type questions of lesson number 3, safety rules. So open your books at page number 24. The first question is, Raman and his daddy were going to. Your options are, look carefully. A shopping mall. B, a hospital. C, playground. Students, think and try to answer me. Where they were going? Yes,
you have already read in the lesson that Raman and his daddy were going to A. shopping mall. So, put a tick on the option A. Raman and his daddy were going to a shopping mall. The second question is, zebra crossing is meant for, look here, for policemen, for cars, or for pedestrians. Students, look here. It's very much clear that here is a zebra crossing and it is for the people who want to cross the road. So, the correct option is C, pedestrians. Okay? So, put a tick on the option C. Zebra crossing is meant for pedestrians. Okay? The third one is, yellow light indicates us to, and look here. Students, you must have seen these lights on the road. Green, red and yellow. Let's see what are the options. Green says go. Red says stop. And yellow says wait. So, it's clear that the correct option is C, wait. So, we will write wait. Yellow light indicates us to wait. Okay? The last question is, seat belt protects us from. Yes, it protects us from rain or injury or from policeman. Yes, students, you have read in the lesson that it protects us from injury. The right option is injury. Okay? So, put a tick on the option B. And read it again. Seat belt protects us from injury. Okay? I hope you have enjoyed the class. Now, it's time for your homework. And your homework is to write these objective type questions in your notebooks neatly. Okay? Thank you. See you soon. ਪਾਠ ਨੂੰ ਰੁੱਖ ਦੇਣ ਸੁੱਖ। ਬੱਚਿਓ, ਹੁਣ ਤੱਕ ਤੁਸੀਂ ਘਰੇਲੂ ਰੁੱਖਾਂ ਅਤੇ ਜੰਗਲੀ ਰੁੱਖਾਂ ਬਾਰੇ ਤਾਂ ਜਾਣ ਹੀ ਚੁੱਕੇ ਹੋ। ਆਓ ਹੁਣ ਰੁੱਖਾਂ ਦੀ ਸੰਭਾਲ ਨਾਲ ਸੰਬੰਧਿਤ ਇੱਕ ਰੋਚਕ ਕਹਾਣੀ ਪੜ੍ਹੀਏ। ਕਹਾਣੀ ਦਾ ਨਾਮ ਹੈ ਨਿੰਮ ਰਾਣੀ। ਪਿੰਡ ਦੇ ਪੰਚਾਇਤ ਘਰ ਵਿੱਚ ਪੰਚਾਇਤ ਸਮੇਤ ਪਿੰਡ ਦੇ ਬਹੁਤ ਸਾਰੇ ਲੋਕ ਇਕੱਠੇ ਹੋ ਚੁੱਕੇ ਸਨ। ਨਵੀਂ ਬਣਾਈ ਜਾਣ ਵਾਲੀ ਧਰਮਸ਼ਾਲਾ ਲਈ ਪੈਸਿਆਂ ਦਾ ਪ੍ਰਬੰਧ ਕੀਤਾ ਜਾਣਾ ਸੀ। ਸਹਿਮਤੀ ਨਾਲ ਮੁੱਖ ਸੜਕ ਨਾਲ ਲੱਗਦੀ ਪੰਚਾਇਤੀ ਜ਼ਮੀਨ ਧਰਮਸ਼ਾਲਾ ਲਈ ਦੇਣ ਦਾ ਫੈਸਲਾ ਕੀਤਾ ਗਿਆ। ਇਸ ਫੈਸਲੇ ਤੋਂ ਪੂਰਾ ਪਿੰਡ ਖੁਸ਼ ਸੀ। ਪੰਚਾਇਤ ਵੱਲੋਂ ਕੀਤੇ ਗਏ ਇੱਕ ਹੋਰ ਫੈਸਲੇ ਨਾਲ 12ਵੀਂ ਵਿੱਚ ਪੜ੍ਹਦੀ ਰਾਣੀ ਸਮੇਤ ਕੁਝ ਕੁੜੀਆਂ ਖੁਸ਼ ਨਹੀਂ ਸਨ। ਦੂਸਰੇ ਫੈਸਲੇ ਅਨੁਸਾਰ ਇਸ ਜ਼ਮੀਨ ਵਿੱਚ ਲੱਗੀ ਬਹੁਤ ਪੁਰਾਣੀ ਅਤੇ ਵੱਡੀ ਨਿੰਮ ਨੂੰ ਕੱਟ ਦਿੱਤਾ ਜਾਣਾ ਸੀ, ਕਿਉਂਕਿ ਇਸ ਦੀ ਲੱਕੜੀ ਤੋਂ ਧਰਮਸ਼ਾਲਾ ਵਿੱਚ ਬੈਠਣ ਲਈ ਬੈਂਚ ਤਿਆਰ ਕੀਤੇ ਜਾਣੇ ਸਨ। ਇਹ ਨਿੰਮ ਇੰਨੀ ਕੁ ਫੈਲੀ ਹੋਈ ਸੀ ਕਿ ਇਸ ਉੱਪਰ ਇਕੱਠੀਆਂ 4 ਪੀਂਘਾਂ ਪੈ ਜਾਂਦੀਆਂ ਸਨ। ਰਾਣੀ ਨੇ ਆਪਣੇ ਬਚਪਨ ਵਿੱਚ ਇਸ ਨਿੰਮ ਉੱਪਰ ਬਹੁਤ ਵਾਰ ਪੀਂਘ ਝੂਟੀ ਸੀ।
ਇਸ ਨਿੰਮ ਥੱਲੇ ਲੰਘੇ ਹੋਏ ਧੀਆਂ ਦੇ ਦਿਨ ਤਾਂ ਸਾਰੀ ਜ਼ਿੰਦਗੀ ਯਾਦ ਰਹਿਣ ਵਾਲੇ ਸਨ। ਪੂਰੀ ਰਾਤ ਰਾਣੀ ਨੇ ਇਹ ਸੋਚਦਿਆਂ ਹੀ ਲੰਘਾ ਦਿੱਤੀ ਕਿ ਕੱਲ ਨੂੰ ਇਸ ਨਿੰਮ ਨੂੰ ਕੱਟਣ ਤੋਂ ਕਿਵੇਂ ਬਚਾਇਆ ਜਾਵੇ। ਸਵੇਰੇ ਹੀ ਉਹ ਕੁਝ ਸਹੇਲੀਆਂ ਨੂੰ ਨਾਲ ਲੈ ਕੇ ਨਿੰਮ ਕੋਲ ਪਹੁੰਚ ਗਈ। ਸਰਪੰਚ ਅਤੇ ਨਿੰਮ ਨੂੰ ਕੱਟਣ ਵਾਲੇ ਮਜ਼ਦੂਰ ਵੀ ਪਹੁੰਚ ਚੁੱਕੇ ਸਨ। ਰਾਣੀ ਨੇ ਸਰਪੰਚ ਨੂੰ ਬੇਨਤੀ ਕੀਤੀ ਕਿ ਇਸ ਨਿੰਮ ਨੂੰ ਨਾ ਕੱਟਿਆ ਜਾਵੇ। ਸਰਪੰਚ ਨੇ ਮਜਬੂਰੀ ਦੱਸਦਿਆਂ ਕਿਹਾ ਕਿ ਉਹਨਾਂ ਕੋਲ ਬੈਂਚ ਖਰੀਦਣ ਲਈ ਪੈਸੇ ਨਹੀਂ ਹਨ। ਰਾਣੀ ਨੇ ਆਪਣੇ ਕੰਨਾਂ ਤੋਂ ਸੋਨੇ ਦੀਆਂ ਵਾਲੀਆਂ ਉਤਾਰ ਕੇ ਸਰਪੰਚ ਦੇ ਹੱਥ ਉੱਪਰ ਰੱਖਦਿਆਂ ਕਿਹਾ, ਤੁਸੀਂ ਇਹਨਾਂ ਨੂੰ ਵੇਚ ਕੇ ਬੈਂਚ ਬਣਾ ਲੈਣਾ। ਅਸੀਂ ਰਲ ਮਿਲ ਕੇ ਹੋਰ ਵੀ ਪੈਸੇ ਇਕੱਠੇ ਕਰ ਦੇਵਾਂਗੀਆਂ। ਬੈਂਚ ਤਾਂ ਬਾਜ਼ਾਰ ਵਿੱਚੋਂ ਵੀ ਖਰੀਦੇ ਜਾ ਸਕਦੇ ਹਨ, ਪਰ ਇਸ ਨਿੰਮ ਤੋਂ ਮਿਲਣ ਵਾਲੀ ਛਾਂ ਪੰਛੀਆਂ ਲਈ ਆਸਰਾ ਅਤੇ ਸਾਡੇ ਜਿਉਣ ਲਈ ਜ਼ਰੂਰੀ ਆਕਸੀਜਨ ਕਿਸੇ ਵੀ ਦੁਕਾਨ ਤੋਂ ਨਹੀਂ ਮਿਲੇਗੀ। ਇਹ ਕਹਿੰਦਿਆਂ ਰਾਣੀ ਦੀਆਂ ਅੱਖਾਂ ਭਰ ਆਈਆਂ। ਉਸ ਦੀਆਂ ਸਹੇਲੀਆਂ ਨੇ ਇਕੱਠੇ ਕੀਤੇ ਹੋਏ ਕੁਝ ਪੈਸੇ ਸਰਪੰਚ ਨੂੰ ਦੇ ਦਿੱਤੇ। ਨਿੰਮ ਪ੍ਰਤੀ ਇਹਨਾਂ ਬੱਚੀਆਂ ਦੇ ਪਿਆਰ ਨੂੰ ਦੇਖਦਿਆਂ ਸਰਪੰਚ ਨੇ ਨਿੰਮ ਨਾ ਕੱਟਣ ਦਾ ਫੈਸਲਾ ਕਰ ਲਿਆ। ਰਾਣੀ ਦੀਆਂ ਵਾਲੀਆਂ ਅਤੇ ਬੱਚਿਆਂ ਦੇ ਪੈਸੇ ਵੀ ਵਾਪਸ ਕਰ ਦਿੱਤੇ। ਰਾਣੀ ਦੇ ਇਸ ਸਿਆਣਪ ਭਰੇ ਕਦਮ ਤੋਂ ਪਿੰਡ ਦੇ ਲੋਕ ਬਹੁਤ ਖੁਸ਼ ਸਨ। ਪਿੰਡ ਵਾਸੀਆਂ ਨੇ ਰਾਣੀ ਦਾ ਨਾਂ ਨਿੰਮ ਨਾਲ ਜੋੜਦਿਆਂ ਇਸ ਨਿੰਮ ਦਾ ਨਾਂ ਨਿੰਮ ਰਾਣੀ ਰੱਖ ਦਿੱਤਾ। ਬੱਚਿਓ, ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਕਿਸੇ ਰੁੱਖ ਨੂੰ ਕੱਟਣਾ ਨਹੀਂ ਚਾਹੀਦਾ। ਘਰ ਦਾ ਕੰਮ, ਤੁਹਾਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਮਿਲੀ? ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਅਸੀਂ ਡਾਕਟਰ ਸਰਬਜੀਤ ਬੇਦੀ ਜੀ ਦੁਆਰਾ ਲਿਖੀ ਕਵਿਤਾ ਚਿੜੀਆਘਰ ਪੜ੍ਹ ਚੁੱਕੇ ਹਾਂ, ਜਿਸ ਵਿੱਚ ਕਵੀ ਨੇ ਛੱਤਬੀੜ ਚਿੜੀਆਘਰ ਅਤੇ ਉਸ ਵਿਚਲੇ ਜੀਵ ਜੰਤੂਆਂ ਬਾਰੇ ਗੱਲਬਾਤ ਕੀਤੀ ਹੈ। ਅੱਜ ਅਸੀਂ ਪੰਨਾ ਨੰਬਰ 50 ਅਤੇ 51 ਤੇ ਆਏ ਅਭਿਆਸੀ ਪ੍ਰਸ਼ਨ ਉੱਤਰ ਕਰਾਂਗੇ। ਸਾਡਾ ਪਹਿਲਾ ਪ੍ਰਸ਼ਨ ਹੈ, ਕਵਿਤਾ ਵਿੱਚ ਕਿਹੜੇ ਚਿੜੀਆਘਰ ਦੀ ਗੱਲ ਕੀਤੀ ਗਈ ਹੈ? ਬੱਚਿਓ, ਚਿੜੀਆਘਰ ਉਹ ਥਾਂ ਹੁੰਦੀ ਹੈ ਜਿੱਥੇ ਜੰਗਲੀ ਜਾਨਵਰਾਂ ਨੂੰ ਬਹੁਤ ਹੀ ਸੰਭਾਲ ਕੇ ਤੇ ਸੁਰੱਖਿਅਤ ਰੱਖਿਆ ਜਾਂਦਾ ਹੈ। ਤੇ ਇਸ ਕਵਿਤਾ ਵਿੱਚ ਕਵੀ ਨੇ ਜਿਹੜੇ ਚਿੜੀਆਘਰ ਦੀ ਗੱਲ ਕੀਤੀ ਹੈ ਉਹ ਛੱਤ ਨਾਂ ਦੇ ਪਿੰਡ ਦੇ ਬਾਹਰ ਬਣਿਆ ਹੋਇਆ ਹੈ। ਤੇ ਕਵੀ ਇਸ ਕਵਿਤਾ ਵਿੱਚ ਕਿਸ ਚਿੜੀਆਘਰ ਦੀ ਗੱਲ ਕਰਦਾ ਹੈ? ਆਓ ਅਸੀਂ ਆਪਣੇ ਇਸ ਪ੍ਰਸ਼ਨ ਦੇ ਉੱਤਰ ਵਿੱਚ ਲਿਖਦੇ ਹਾਂ। ਇਸ ਕਵਿਤਾ ਵਿੱਚ ਛੱਤਬੀੜ ਚਿੜੀਆਘਰ ਦੀ ਗੱਲ ਕੀਤੀ ਗਈ ਹੈ। ਸਾਡਾ ਅਗਲਾ ਪ੍ਰਸ਼ਨ ਹੈ, ਇਸ ਚਿੜੀਆਘਰ ਵਿੱਚ ਕਿਹੜੇ-ਕਿਹੜੇ ਜੀਵ ਹਨ? ਬੱਚਿਓ, ਅਸੀਂ ਆਮ ਜੀਵਨ ਵਿੱਚ ਬਹੁਤ ਸਾਰੇ ਜੀਵ ਦੇਖਦੇ ਹਾਂ, ਪਰ ਅਸੀਂ ਇਸ ਪ੍ਰਸ਼ਨ ਦੇ ਉੱਤਰ ਵਿੱਚ ਉਹਨਾਂ ਜੀਵਾਂ ਬਾਰੇ ਹੀ ਲਿਖਾਂਗੇ ਜਿਨ੍ਹਾਂ ਜੀਵਾਂ ਬਾਰੇ ਕਵੀ ਨੇ ਕਵਿਤਾ ਵਿੱਚ ਗੱਲ ਕੀਤੀ ਹੈ। ਤੇ ਆਓ ਆਪਣਾ ਉੱਤਰ ਲਿਖਦੇ ਹਾਂ। ਇਸ ਚਿੜੀਆਘਰ ਵਿੱਚ ਸ਼ੇਰ, ਬਾਂਦਰ, ਬਣਮਾਨਸ, ਹਿਰਨ, ਮਗਰਮੱਛ, ਬਾਰਾਸਿੰਗਾ, ਲੱਕੜਬੱਗਾ, ਬਾਘ, ਹੰਸ, ਪਹਾੜ ਦੀ ਮੈਨਾ, ਉੱਲੂ, ਕਬੂਤਰ, ਮੋਰ, ਬਗਲੇ, ਜੰਗਲੀ ਕੁੱਕੜ, ਲੂੰਬੜੀ, ਕਾਂ, ਕੱਛੂ, ਸਹੇਤ ਤੇ ਖਰਗੋਸ਼ ਆਦਿ ਜੀਵ ਹਨ। ਪੰਛੀਆਂ ਨੂੰ ਕੈਦ ਭੁੱਲ ਕੇ ਨਾ ਕਰਨਾ, ਪਿੰਜਰੇ 'ਚ ਰਹਿਣ ਨਾਲੋਂ ਚੰਗਾ ਮਰਨਾ, ਚੰਗਾ ਮਰਨਾ। ਇਹਨਾਂ ਸਤਰਾਂ ਨਾਲ ਸੰਬੰਧਿਤ ਸਾਡਾ ਅਗਲਾ ਪ੍ਰਸ਼ਨ ਹੈ, ਕਵਿਤਾ ਦੀਆਂ ਆਖਰੀ ਸਤਰਾਂ ਵਿੱਚ ਕਵੀ ਕੀ ਕਹਿੰਦਾ ਹੈ? ਬੱਚਿਓ, ਇਹਨਾਂ ਆਖਰੀ ਸਤਰਾਂ ਵਿੱਚ ਕਵੀ ਦੱਸ ਰਿਹਾ ਹੈ ਕਿ ਸਾਰੇ ਹੀ ਪੰਛੀ ਆਜ਼ਾਦ ਰਹਿਣਾ ਚਾਹੁੰਦੇ ਹਨ। ਉਹ ਖੁੱਲ੍ਹੇ ਅੰਬਰਾਂ ਵਿੱਚ ਉਡਾਰੀਆਂ ਲਾ ਕੇ ਹੀ ਖੁਸ਼ ਰਹਿੰਦੇ ਹਨ। ਭਾਵੇਂ ਕੋਈ ਜੀਵ ਹੋਵੇ ਜਾਂ ਮਨੁੱਖ, ਕਿਸੇ ਨੂੰ ਵੀ ਕੈਦ ਨਹੀਂ ਪਾਉਂਦੀ। ਇਸ ਲਈ ਸਾਨੂੰ ਕਦੇ ਵੀ ਕਿਸੇ ਜੀਵ ਜਾਂ ਪੰਛੀ ਨੂੰ ਕੈਦ ਨਹੀਂ ਕਰਨਾ ਚਾਹੀਦਾ। ਤੇ ਆਓ ਇਸ ਪ੍ਰਸ਼ਨ ਦਾ ਉੱਤਰ ਆਪਣੇ ਸ਼ਬਦਾਂ ਵਿੱਚ ਇੰਜ ਲਿਖਦੇ ਹਾਂ। ਕਵੀ ਕਹਿੰਦਾ ਹੈ ਕਿ ਪੰਛੀਆਂ ਨੂੰ ਕਦੇ ਵੀ ਪਿੰਜਰੇ ਵਿੱਚ ਕੈਦ ਨਹੀਂ ਕਰਨਾ ਚਾਹੀਦਾ। ਉਹ ਵੀ ਸਾਡੇ ਵਾਂਗ ਹੀ ਪਿੰਜਰੇ ਵਿੱਚ ਰਹਿਣ ਨਾਲੋਂ ਮਰਨ ਨੂੰ ਚੰਗਾ ਸਮਝਦੇ ਹਨ। ਤੇ ਆਓ ਹੁਣ ਕੀਤੇ ਗਏ ਕੰਮ ਦੀ ਦੁਹਰਾਈ ਕਰਦੇ ਹਾਂ। ਕਵਿਤਾ ਵਿੱਚ ਕਿਹੜੇ ਚਿੜੀਆਘਰ ਦੀ ਗੱਲ ਕੀਤੀ ਗਈ ਹੈ?
ਇਸ ਕਵਿਤਾ ਵਿੱਚ ਛੱਤਬੀੜ ਚਿੜੀਆ ਘਰ ਦੀ ਗੱਲ ਕੀਤੀ ਗਈ ਹੈ। ਇਸ ਚਿੜੀਆ ਘਰ ਵਿੱਚ ਕਿਹੜੇ-ਕਿਹੜੇ ਜੀਵ ਹਨ? ਇਸ ਚਿੜੀਆ ਘਰ ਵਿੱਚ ਸ਼ੇਰ, ਬਾਂਦਰ, ਬਣਮਾਨਸ, ਹਿਰਨ, ਮਗਰਮੱਛ, ਬਾਰਾਸਿੰਗਾ, ਲੱਕੜਬੱਗਾ, ਬਾਘ, ਹੰਸ, ਪਹਾੜ ਦੀ ਮੈਨਾ, ਉੱਲੂ, ਕਬੂਤਰ, ਮੋਰ, ਬਗਲੇ, ਜੰਗਲੀ ਕੁੱਕੜ, ਲੂੰਬੜੀ, ਕਾਂ, ਕੱਛੂ, ਸਹੇ ਤੇ ਖਰਗੋਸ਼ ਆਦਿ ਜੀਵ ਹਨ। ਕਵਿਤਾ ਦੀਆਂ ਆਖਰੀ ਸਤਰਾਂ ਵਿੱਚ ਕਵੀ ਕੀ ਕਹਿੰਦਾ ਹੈ? ਕਵੀ ਕਹਿੰਦਾ ਹੈ ਕਿ ਪੰਛੀਆਂ ਨੂੰ ਕਦੇ ਵੀ ਪਿੰਜਰੇ ਵਿੱਚ ਕੈਦ ਨਹੀਂ ਕਰਨਾ ਚਾਹੀਦਾ। ਉਹ ਵੀ ਸਾਡੇ ਵਾਂਗ ਹੀ ਪਿੰਜਰੇ ਵਿੱਚ ਰਹਿਣ ਨਾਲੋਂ ਮਰਨ ਨੂੰ ਚੰਗਾ ਸਮਝਦੇ ਹਨ। ਤੁਹਾਡਾ ਘਰ ਦਾ ਕੰਮ ਹੈ ਕਿ ਤੁਸੀਂ ਪੰਨਾ ਨੰਬਰ 50 ਅਤੇ 51 ਤੇ ਆਏ ਅਭਿਆਸੀ ਪ੍ਰਸ਼ਨ ਉੱਤਰ ਆਪਣੀ ਕਾਪੀ ਤੇ ਸੋਹਣੇ ਕਰਕੇ ਲਿਖਣੇ ਹਨ ਅਤੇ ਯਾਦ ਵੀ ਕਰਨੇ ਹਨ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਪਿਆਰੇ ਬੱਚਿਓ, ਅਭਿਆਸ 2.8 ਦਾ 8ਵਾਂ ਅਤੇ 10ਵਾਂ ਸਵਾਲ ਕਰਦੇ ਹਾਂ। 8ਵਾਂ ਸਵਾਲ ਹੈ, ਇੱਕ JCB ਮਸ਼ੀਨ ਇੱਕ ਗੇੜੇ ਵਿੱਚ 900 ਇੱਟਾਂ ਚੁੱਕਦੀ ਹੈ। 9900 ਇੱਟਾਂ ਚੁੱਕਣ ਲਈ ਮਸ਼ੀਨ ਦੇ ਕਿੰਨੇ ਗੇੜੇ ਲੱਗਣਗੇ? ਪਿਆਰੇ ਬੱਚਿਓ, ਇਸ ਤਰ੍ਹਾਂ JCB ਮਸ਼ੀਨ 900 ਇੱਟਾਂ ਚੁੱਕ ਕੇ ਇੱਕ ਗੇੜੇ ਵਿੱਚ ਲੈ ਜਾਂਦੀ ਹੈ ਤੇ ਆਪਾਂ ਇਹ ਪਤਾ ਕਰਨਾ ਵੀ ਇਹ ਸਾਰੀਆਂ ਇੱਟਾਂ ਯਾਨੀ ਕਿ 9900 ਇੱਟਾਂ ਨੂੰ ਚੁੱਕਣ ਲਈ ਕਿੰਨੇ ਗੇੜੇ ਲਗਾਵੇਗੀ ਮਸ਼ੀਨ। ਤਾਂ 9900 ਇੱਟਾਂ ਇਹ ਪਈਆਂ ਹਨ, ਇਹਨਾਂ ਨੂੰ ਚੁੱਕਣਾ ਹੈ JCB ਨੇ। ਤਾਂ ਆਪਾਂ ਦੇਖ ਲੈਂਦੇ ਹਾਂ ਪਿਆਰੇ ਬੱਚਿਓ, ਇਹ ਕਿਸ ਤਰ੍ਹਾਂ ਗੇੜੇ ਕਿੰਨੇ ਲਗਾਵੇਗੀ ਤੇ ਕਿੰਨੀਆਂ ਇੱਟਾਂ ਕੱਟਦੀਆਂ ਜਾਣਗੀਆਂ, ਇਹ ਦੇਖ ਲੈਂਦੇ ਹਾਂ ਪਹਿਲਾਂ ਆਪਾਂ। ਪਿਆਰੇ ਬੱਚਿਓ, 9900 ਇੱਟਾਂ ਵਿੱਚੋਂ ਪਹਿਲਾ ਗੇੜਾ ਲਗਾ ਕੇ 900 ਇੱਟਾਂ ਘਟ ਜਾਣਗੀਆਂ ਅਤੇ 9000 ਇੱਟਾਂ ਰਹਿ ਜਾਣਗੀਆਂ। ਦੂਜਾ ਗੇੜਾ ਲਗਾਉਣ ਤੇ 900 ਇੱਟਾਂ ਹੋਰ JCB ਚੁੱਕ ਲਵੇਗੀ ਤਾਂ ਜੋ ਬਾਕੀ ਰਹਿ ਜਾਣਗੀਆਂ 8100 ਇੱਟਾਂ। ਤੀਸਰਾ ਗੇੜਾ ਲਾਉਣ ਉਪਰੰਤ 900 ਇੱਟਾਂ ਹੋਰ ਚੁੱਕ ਕੇ ਲੈ ਜਾਵੇਗੀ ਤਾਂ 7200 ਇੱਟਾਂ ਰਹਿ ਜਾਣਗੀਆਂ। ਇਸ ਪ੍ਰਕਾਰ ਪਿਆਰੇ ਬੱਚਿਓ, ਹਰ ਗੇੜੇ ਦੌਰਾਨ JCB ਮਸ਼ੀਨ 900 ਇੱਟਾਂ ਲਿਜਾਈ ਜਾ ਰਹੀ ਹੈ, ਯਾਨੀ ਕਿ ਕੁੱਲ ਇੱਟਾਂ 9900 ਸਨ। ਉਹਦੇ ਵਿੱਚੋਂ ਹਰ ਗੇੜੇ ਦੌਰਾਨ 900 ਇੱਟਾਂ ਘਟ ਜਾਂਦੀਆਂ ਹਨ ਅਤੇ ਗੇੜੇ ਉਸੇ ਤਰ੍ਹਾਂ ਵੱਧਦੇ ਜਾ ਰਹੇ ਹਨ। ਪਹਿਲਾ ਗੇੜਾ, ਦੂਜਾ ਗੇੜਾ, ਤੀਜਾ ਗੇੜਾ, ਚੌਥਾ ਗੇੜਾ, ਪੰਜਵਾਂ ਗੇੜਾ, ਛੇਵਾਂ ਗੇੜਾ, ਇਸ ਤਰ੍ਹਾਂ ਲਗਾਤਾਰ JCB ਦੇ ਗੇੜੇ ਆਪਾਂ ਗਿਣਦੇ ਜਾ ਰਹੇ ਹਾਂ ਅਤੇ ਇੱਟਾਂ ਜੋ 9900 ਸਨ, ਹਰ ਗੇੜੇ ਦੌਰਾਨ 900 ਇੱਟਾਂ ਉਹਨਾਂ ਵਿੱਚੋਂ ਘਟ ਰਹੀਆਂ ਹਨ। ਅਤੇ ਪਿਆਰੇ ਬੱਚਿਓ, ਅਖੀਰ ਤੇ ਇੱਕ ਗੇੜਾ ਅਜਿਹਾ ਆਵੇਗਾ ਜਦੋਂ ਸਾਰੀਆਂ ਦੀਆਂ ਸਾਰੀਆਂ ਇੱਟਾਂ ਯਾਨੀ ਕਿ 9900 ਇੱਟਾਂ JCB ਦੁਆਰਾ ਚੁੱਕ ਲਈਆਂ ਜਾਣਗੀਆਂ ਅਤੇ ਕੋਈ ਵੀ ਇੱਟ ਬਾਕੀ ਨਹੀਂ ਬਚੇਗੀ। ਤਾਂ ਬੱਚਿਓ, ਇਹ JCB 11ਵੇਂ ਗੇੜੇ ਦੁਆਰਾ ਸਾਰੀਆਂ ਇੱਟਾਂ ਖਤਮ ਕਰ ਦਿੰਦੀ ਹੈ, ਯਾਨੀ ਕਿ ਇੱਕ ਗੇੜੇ ਵਿੱਚ 900 ਇੱਟਾਂ JCB ਮਸ਼ੀਨ ਚੁੱਕ ਕੇ ਲਿਜਾ ਰਹੀ ਹੈ। ਤਾਂ ਅਖੀਰ ਵਿੱਚ ਸਾਰੀਆਂ ਇੱਟਾਂ ਚੁੱਕੀਆਂ ਜਾਂਦੀਆਂ ਹੈ ਤਾਂ ਇੱਕ ਕਰਕੇ JCB ਮਸ਼ੀਨ ਦੁਆਰਾ ਇਹ 11 ਗੇੜੇ ਲਗਾਏ ਜਾਂਦੇ ਹੈ, ਜਿਨ੍ਹਾਂ ਦੁਆਰਾ ਸਾਰੀਆਂ ਇੱਟਾਂ ਚੁੱਕੀਆਂ ਜਾਂਦੀਆਂ ਹਨ। ਤਾਂ 9900 ਇੱਟਾਂ ਨੂੰ ਚੁੱਕਣ ਲਈ ਮਸ਼ੀਨ ਦੇ 11 ਗੇੜੇ ਲੱਗਣਗੇ। ਤਾਂ ਪਿਆਰੇ ਬੱਚਿਓ, ਇਸ ਨੂੰ ਆਪਾਂ ਮਿਆਰੀ ਭਾਗ ਵਿਧੀ ਰਾਹੀਂ ਵੀ ਹੱਲ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਲਿਖਦੇ ਹਾਂ ਇੱਟਾਂ ਦੀ ਕੁੱਲ ਗਿਣਤੀ 9900। ਇੱਕ ਗੇੜੇ ਵਿੱਚ ਚੁੱਕੀਆਂ ਜਾਂਦੀਆਂ ਇੱਟਾਂ 900 ਹਨ। ਪਿਆਰੇ ਬੱਚਿਓ, JCB ਮਸ਼ੀਨ ਦੁਆਰਾ ਲਗਾਏ ਗਏ ਗੇੜੇ ਆਪਾਂ ਪਤਾ ਕਰਨੇ ਹਨ। ਉਹ 9900 ਨੂੰ ਭਾਗ ਕਰ ਲਵਾਂਗੇ 900 ਤੇ 900 ਤੇ ਭਾਗ ਕਰਨ ਉਪਰੰਤ ਵੀ ਆਪਣੇ ਕੋਲੇ 11 ਉੱਤਰ ਆਉਂਦਾ ਹੈ। ਤਾਂ ਇਸ ਲਈ 9900 ਇੱਟਾਂ ਨੂੰ ਚੁੱਕਣ ਲਈ ਮਸ਼ੀਨ ਦੇ 11 ਗੇੜੇ ਲੱਗਣਗੇ। ਤਾਂ ਅੱਗੇ ਬੱਚਿਓ ਸਵਾਲ ਨੰਬਰ 10 ਕਰ ਲੈਂਦੇ ਹਾਂ। ਇੱਕ ਫੈਕਟਰੀ ਵਿੱਚ ਜੂਨ ਮਹੀਨੇ ਵਿੱਚ 45540 ਆਈਸਕ੍ਰੀਮ ਕੋਨ ਇਸ ਤਰ੍ਹਾਂ ਦੇ ਬਣਦੇ ਹਨ। ਪਤਾ ਕਰੋ ਕਿ ਜੂਨ ਮਹੀਨੇ ਦੇ ਇੱਕ ਦਿਨ ਵਿੱਚ ਕਿੰਨੇ ਆਈਸਕ੍ਰੀਮ ਕੋਨ ਬਣੇ ਹੋਣਗੇ। ਤਾਂ ਸਭ ਤੋਂ ਪਹਿਲਾਂ ਆਪਾਂ ਲਿਖ ਲੈਂਦੇ ਹਾਂ ਜੂਨ ਮਹੀਨੇ ਵਿੱਚ ਬਣੇ ਆਈਸਕ੍ਰੀਮ ਕੋਨ ਸਾਰੇ 45540। ਅਤੇ ਬੱਚੋ ਜੂਨ ਮਹੀਨੇ ਦੇ ਦਿਨ ਕਿੰਨੇ ਹੁੰਦੇ ਹਨ? ਜੀ ਹਾਂ, 30 ਦਿਨ ਹੁੰਦੇ ਹਨ ਪਿਆਰੇ ਬੱਚਿਓ। ਤਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਨਾ
ਵੀ 30 ਦਿਨਾਂ ਵਿੱਚ ਆਈਸਕ੍ਰੀਮ ਦੇ ਕੋਣ ਕਿੰਨੇ ਬਣੇ ਹਨ? ਜੂਨ ਮਹੀਨੇ ਜਿੰਨੇ ਹੀ ਬਣੇ ਹਨ। ਜਿੰਨੇ ਜੂਨ ਮਹੀਨੇ ਵਿੱਚ ਬਣੇ ਹਨ ਤਾਂ 30 ਦਿਨਾਂ ਵਿੱਚ ਵੀ ਆਈਸਕ੍ਰੀਮ ਦੇ ਕੋਣ ਉਨੇ ਹੀ ਬਣੇ ਹਨ, ਯਾਨੀ ਕਿ 45,540, ਕਿਉਂਕਿ ਜੂਨ ਮਹੀਨੇ ਵਿੱਚ 30 ਦਿਨ ਹੁੰਦੇ ਹਨ ਅਤੇ 30 ਦਿਨਾਂ ਵਿੱਚ ਆਈਸਕ੍ਰੀਮ ਦੇ ਕੋਣ ਬਣੇ ਹਨ 45,540। ਤਾਂ ਅੱਗੇ ਬੱਚਿਓ ਆਪਾਂ ਜੂਨ ਮਹੀਨੇ ਦੇ ਇੱਕ ਦਿਨ ਵਿੱਚ ਬਣੇ ਆਈਸਕ੍ਰੀਮ ਕੋਣ ਪਤਾ ਕਰਨੇ ਹੈ। ਤਾਂ ਉਹਨਾਂ ਲਈ ਆਪਾਂ 45,540 ਨੂੰ 30 ਤੇ ਭਾਗ ਕਰ ਲੈਂਦੇ ਹਾਂ, ਯਾਨੀ ਕਿ 30 ਦਿਨਾਂ ਵਿੱਚ 45,540 ਨੂੰ ਵੰਡ ਲੈਂਦੇ ਹਾਂ। ਤਾਂ ਇਹਨੂੰ ਜਦੋਂ ਆਪਾਂ ਵੰਡਾਂਗੇ, ਭਾਗ ਕਰਾਂਗੇ, ਤਾਂ ਆਪਣੇ ਕੋਲੇ ਜੋ ਉੱਤਰ ਆਉਂਦਾ ਹੈ 1518 ਆ ਜਾਂਦਾ ਹੈ। ਤਾਂ ਇਸ ਪ੍ਰਕਾਰ ਜੂਨ ਮਹੀਨੇ ਦੇ ਇੱਕ ਦਿਨ ਵਿੱਚ ਬਣੇ ਆਈਸਕ੍ਰੀਮ ਕੋਨਾਂ ਦੀ ਗਿਣਤੀ ਕਿੰਨੀ ਹੈਗੀ? ਜੀ ਹਾਂ, 1518 ਕੋਣ ਬਣਦੇ ਹਨ ਇੱਕ ਦਿਨ ਵਿੱਚ। ਤਾਂ ਪਿਆਰੇ ਬੱਚਿਓ, ਇਹ ਤੁਹਾਡਾ ਘਰ ਦਾ ਕੰਮ ਹੈ। 8ਵਾਂ 9ਵਾਂ ਅਤੇ 10ਵਾਂ ਸਵਾਲ ਅਭਿਆਸ 2.8 ਦਾ ਇਹ ਤੁਸੀਂ ਆਪਣੀਆਂ ਕਾਪੀਆਂ ਤੇ ਸਾਫ਼-ਸਾਫ਼ ਨੋਟ ਕਰਨੇ ਹਨ। ਤਾਂ ਇੱਕ ਹੋਰ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ। ਉਦੋਂ ਤੱਕ ਬਾਏ ਬਾਏ ਪਿਆਰੇ ਬੱਚਿਓ। Dear students, today I am going to tell you about healthy habits. Let's learn together and follow these habits in our daily life. So let's discuss them one by one. Wake up early in the morning. Brush your teeth twice a day. Exercise regularly. Take a bath daily. Wear clean clothes. Comb your hair daily. Cut your nails regularly. Eat healthy food. Wash your hands before and after meals. Sleep early at night. Now, let's revise this topic again. Healthy habits. Healthy habits lead to a good life. We should develop some habits from our childhood and follow them in our life. Always wake up early in the morning. Brush your teeth twice a day to have healthy teeth. Exercise regularly as it is very important to keep our body fit. Take a bath daily and wear clean clothes. Comb your hair daily and cut your nails to avoid germs. Eat healthy diet and avoid junk food. Wash hands before and after meals. Sleep early at night. So, we should always follow good habits to stay happy and healthy. So, dear children, now you can prepare a short speech on the topic healthy habits. Okay? Here I am giving you some ideas to make slogans or posters related to healthy habits. Have a look. Clean hands are safe hands. Be clean, be healthy. Eat healthy, live long, live strong. Try to prepare these. Keep learning. Thank you.
ਪਿਆਰੇ ਬੱਚਿਓ, ਹੁਣ ਆਪਾਂ ਕਰਾਂਗੇ ਵਿਸ਼ਾ ਵਾਤਾਵਰਣ ਸਿੱਖਿਆ, ਜਮਾਤ 5ਵੀਂ, ਪਾਠ 9ਵਾਂ, ਜੰਗਲ ਅਤੇ ਜੀਵਨ। ਹੁਣ ਆਪਾਂ ਜਾਣਾਂਗੇ ਜੰਗਲ ਅਤੇ ਜੰਗਲਾਂ ਸਹਾਰੇ ਜੀਵਨ ਗੁਜ਼ਾਰਨ ਵਾਲੇ ਲੋਕਾਂ ਬਾਰੇ। ਜੰਗਲਾਂ ਤੋਂ ਭਾਵ ਕਿਸੇ ਵਿਸ਼ਾਲ ਸਥਾਨ ਤੇ ਸੰਘਣੇ ਰੂਪ ਵਿੱਚ ਉੱਗੇ ਹੋਏ ਰੁੱਖ ਹੀ ਨਹੀਂ, ਸਗੋਂ ਝਾੜੀਆਂ, ਜੰਗਲੀ ਜੀਵ ਜੰਤੂ ਅਤੇ ਇੱਥੇ ਵਸਣ ਵਾਲੇ ਆਦੀਵਾਸੀ ਵੀ ਜੰਗਲਾਂ ਦਾ ਹਿੱਸਾ ਹਨ। ਇਹਨਾਂ ਜੰਗਲਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਦੀਵਾਸੀ ਕਹਿੰਦੇ ਹਨ। ਸਾਡੇ ਰਾਜ ਪੰਜਾਬ ਵਿੱਚ ਜੰਗਲ ਨਾ ਮਾਤਰ ਹਨ, ਪਰ ਭਾਰਤ ਦੇ ਬਹੁਤ ਸਾਰੇ ਰਾਜਾਂ ਵਿੱਚ ਵਿਸ਼ਾਲ ਜੰਗਲ ਹਨ। ਆਪਾਂ ਜਾਣਾਂਗੇ ਕਿ ਭਾਰਤ ਦੇ ਕਿਹੜੇ ਰਾਜ ਵਿੱਚ ਕਿਹੜੀ ਆਦੀਵਾਸੀ ਜਾਤੀ ਦੇ ਲੋਕ ਰਹਿੰਦੇ ਹਨ। ਸਭ ਤੋਂ ਪਹਿਲਾਂ ਮਣੀਪੁਰ। ਮਣੀਪੁਰ ਵਿੱਚ ਮਾਰਮ ਅਤੇ ਚੀਰੂ ਨਾਮ ਦੀ ਆਦੀਵਾਸੀ ਜਾਤੀ ਦੇ ਲੋਕ ਰਹਿੰਦੇ ਹਨ। ਨੰਬਰ 2 ਅਸਾਮ। ਅਸਾਮ ਵਿੱਚ ਬੋਡੋਸ ਨਾਮ ਦੀ ਆਦੀਵਾਸੀ ਜਾਤੀ ਦੇ ਲੋਕ ਰਹਿੰਦੇ ਹਨ। ਨੰਬਰ 3 ਰਾਜਸਥਾਨ। ਰਾਜਸਥਾਨ ਵਿੱਚ ਰਹਿਣ ਵਾਲੀ ਆਦੀਵਾਸੀ ਜਾਤੀ ਦੇ ਲੋਕਾਂ ਨੂੰ ਭੀਲ ਕਿਹਾ ਜਾਂਦਾ ਹੈ। ਨੰਬਰ 4 ਮੱਧ ਪ੍ਰਦੇਸ਼। ਮੱਧ ਪ੍ਰਦੇਸ਼ ਵਿੱਚ ਗੌਂਡ ਨਾਮ ਦੀ ਆਦੀਵਾਸੀ ਜਾਤੀ ਦੇ ਲੋਕ ਰਹਿੰਦੇ ਹਨ। ਨੰਬਰ 5 ਝਾਰਖੰਡ। ਝਾਰਖੰਡ ਵਿੱਚ ਮੁੰਡਾ ਨਾਮ ਦੀ ਆਦੀਵਾਸੀ ਜਾਤੀ ਦੇ ਲੋਕ ਰਹਿੰਦੇ ਹਨ। ਤੁਹਾਡੀ ਪਾਠ ਪੁਸਤਕ ਵਿੱਚ ਭਾਰਤ ਦੇ ਅਲੱਗ-ਅਲੱਗ ਰਾਜਾਂ ਵਿੱਚ ਰਹਿਣ ਵਾਲੇ ਆਦੀਵਾਸੀ ਜਾਤੀ ਦੇ ਲੋਕਾਂ ਬਾਰੇ ਦੱਸਿਆ ਗਿਆ ਹੈ। ਹੁਣ ਆਪਾਂ ਜਾਣਾਂਗੇ ਆਦੀਵਾਸੀ ਲੋਕਾਂ ਦੇ ਜੀਵਨ ਬਾਰੇ। ਸਭ ਤੋਂ ਪਹਿਲਾਂ ਭੋਜਨ ਦਾ ਪ੍ਰਬੰਧ। ਇਹ ਲੋਕ ਭੋਜਨ ਦਾ ਪ੍ਰਬੰਧ ਜੰਗਲਾਂ ਤੋਂ ਕਰਦੇ ਹਨ। ਬਹੁਤ ਸਾਰੇ ਜੰਗਲੀ ਫਲ, ਪੱਤੇ, ਜੜ੍ਹਾਂ ਅਤੇ ਜੰਗਲੀ ਜਾਨਵਰ ਇਹਨਾਂ ਦੇ ਭੋਜਨ ਦਾ ਹਿੱਸਾ ਬਣਦੇ ਹਨ। ਨੰਬਰ 2 ਸ਼ਿਕਾਰ ਕਰਨਾ। ਇਹ ਲੋਕ ਸ਼ਿਕਾਰ ਲਈ ਤੀਰ ਕਮਾਨ, ਭਾਲੇ ਆਦਿ ਦੀ ਵਰਤੋਂ ਜ਼ਿਆਦਾ ਕਰਦੇ ਹਨ। ਨੰਬਰ 3 ਬਿਮਾਰੀਆਂ ਦਾ ਇਲਾਜ। ਆਦੀਵਾਸੀ ਲੋਕ ਜੰਗਲਾਂ ਤੋਂ ਪ੍ਰਾਪਤ ਜੜੀ ਬੂਟੀਆਂ ਨਾਲ ਬਿਮਾਰੀਆਂ ਦਾ ਇਲਾਜ ਕਰਦੇ ਹਨ। ਨੰਬਰ 4 ਵਸਤੂਆਂ ਤਿਆਰ ਕਰਨਾ। ਇਹ ਲੋਕ ਜੰਗਲਾਂ ਤੋਂ ਪ੍ਰਾਪਤ ਪਦਾਰਥਾਂ ਨਾਲ ਕਈ ਮਹੱਤਵਪੂਰਨ ਵਸਤਾਂ ਤਿਆਰ ਕਰਦੇ ਹਨ, ਜਿਵੇਂ ਪੱਤਿਆਂ ਤੋਂ ਪੱਤਲਾਂ, ਬਾਂਸ ਤੋਂ ਫਰਨੀਚਰ, ਸਜਾਵਟੀ ਸਮਾਨ। ਨੰਬਰ 5 ਵਸਤੂਆਂ ਦਾ ਵਪਾਰ। ਅੱਜ ਕੱਲ੍ਹ ਇਹ ਲੋਕ ਜੰਗਲਾਂ ਤੋਂ ਪ੍ਰਾਪਤ ਬੀਜ, ਗਿਰੀਆਂ, ਗੂੰਦ, ਪਸ਼ੂਆਂ ਦਾ ਚਾਰਾ, ਸ਼ਹਿਦ ਅਤੇ ਬਾਲਣ ਆਦਿ ਦਾ ਵਪਾਰ ਵੀ ਕਰਦੇ ਹਨ। ਹੁਣ ਤੱਕ ਆਪਾਂ ਜਾਣ ਲਿਆ ਹੈ ਕਿ ਭਾਰਤ ਦੇ ਕਿਹੜੇ ਰਾਜ ਵਿੱਚ ਕਿਹੜੀ ਆਦੀਵਾਸੀ ਜਾਤੀ ਦੇ ਲੋਕ ਰਹਿੰਦੇ ਹਨ ਅਤੇ ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ। ਤਾਂ ਹੁਣ ਵਾਰੀ ਹੈ ਘਰ ਦੇ ਕੰਮ ਦੀ। ਅੱਜ ਦਾ ਤੁਹਾਡਾ ਘਰ ਦਾ ਕੰਮ ਹੈ ਤੁਹਾਡੀ ਪਾਠ ਪੁਸਤਕ ਵਿੱਚ ਦਿੱਤੀ ਕਿਰਿਆ ਪਹਿਲੀ, ਜਿਸ ਵਿੱਚ ਤੁਸੀਂ ਬਾਂਸ ਦੇ ਪੌਦੇ ਦਾ ਚਿੱਤਰ ਬਣਾਉਣਾ ਹੈ ਜਾਂ ਲਗਾਉਣਾ ਹੈ ਅਤੇ ਆਪਣੇ ਅਧਿਆਪਕਾਂ ਜਾਂ ਬਜ਼ੁਰਗਾਂ ਨਾਲ ਗੱਲਬਾਤ ਕਰਕੇ ਇਹ ਲਿਖਣਾ ਹੈ ਕਿ ਬਾਂਸ ਦੇ ਪੌਦੇ ਤੋਂ ਕੀ ਕੀ ਬਣਦਾ ਹੈ। ਇਸ ਦੇ ਨਾਲ ਹੀ ਤੁਸੀਂ ਖੰਜੂਰ ਦੇ ਪੌਦੇ ਬਾਰੇ ਵੀ ਗੱਲਬਾਤ ਕਰਨੀ ਹੈ। ਸਤਿਕਾਰਯੋਗ ਅਧਿਆਪਕ ਸਾਹਿਬਾਨ ਅਤੇ ਪਿਆਰੇ ਵਿਦਿਆਰਥੀਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂ ਬੇਟਾ, ਆਪਾਂ ਪੰਜਾਬੀ ਦੀ ਲਿਖਾਈ ਦੇ ਉੱਤੇ ਗੱਲਬਾਤ ਕਰਦੇ ਪਏ ਹਾਂ ਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੋਇਆ ਵੀ ਸਾਨੂੰ ਗਿਣਤੀ ਦੇ 9 ਹੀ ਅੱਖਰ ਸਿੱਖਣੇ ਪੈਂਦੇ ਆ ਪੰਜਾਬੀ ਦੀ ਲਿਖਾਈ ਸੁਧਾਰਨ ਦੇ ਲਈ, ਤੇ ਜਿਹਦੇ ਵਿੱਚ 35 ਅੱਖਰਾਂ ਨੂੰ 9 ਸੈੱਟਾਂ ਦੇ ਵਿੱਚ ਵੰਡਿਆ ਗਿਆ ਸੀਗਾ। ਪਹਿਲੇ ਸੈੱਟ ਦੇ ਵਿੱਚ 6 ਅੱਖਰ ਸੀਗੇ ਜਿਨ੍ਹਾਂ ਦੀ ਬਣਤਰ ਬੱਚੇ ਤੁਸੀਂ ਸਿੱਖ ਚੁੱਕੇ ਆ। ਅੱਜ ਆਪਾਂ ਦੂਜਾ ਸੈੱਟ ਸ਼ੁਰੂ ਕਰਨ ਜਾ ਰਹੇ ਹਾਂ। ਦੂਜੇ ਸੈੱਟ ਦੇ ਵਿੱਚ ਜਿਹੜੇ ਅੱਖਰ ਹੈਗੇ ਆਪਾਂ ਸਿੱਖਾਂਗੇ ਅੱਖਰ ਦੱਦਾ, ਅੱਖਰ ਚੱਚਾ, ਅੱਖਰ ਢੱਡਾ ਤੇ ਅੱਖਰ ਜੱਜਾ। ਸੋ ਬੱਚੇ ਦੂਜੇ ਸੈੱਟ ਦਾ ਪਹਿਲਾ ਅੱਖਰ ਦੱਦਾ ਜਿਹੜਾ ਉਹ ਹੁਣ ਤੁਸੀਂ ਬੋਰਡ ਦੇ ਉੱਤੇ ਦੇਖੋ ਅਸੀਂ ਕਿਸ ਤਰ੍ਹਾਂ ਬਣਾਉਣਾ ਆ। ਸਭ ਤੋਂ ਹੁਣ ਆਪਾਂ ਬੇਟਾ ਬਣਤਰ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲੇ ਸਟੈਪ ਦੇ ਵਿੱਚ ਦੂਜੇ ਸੈੱਟ ਦਾ ਪਹਿਲਾ ਅੱਖਰ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲੇ ਸਟੈਪ ਦੇ ਵਿੱਚ ਅਸੀਂ ਕੀ ਕਰਨਾ ਆ, ਅੰਦਾਜ਼ੇ ਦੇ ਨਾਲ ਜਿੰਨੀ ਅਸੀਂ ਅੱਖਰ ਦੀ ਚੌੜਾਈ ਲੈਣੀ ਹੁੰਦੀ ਹੈ ਬੱਚੇ, ਉਹ ਅਸੀਂ ਚੌੜਾਈ ਦੇ ਹਿਸਾਬ ਦੇ ਨਾਲ ਇੱਥੇ ਅਸੀਂ ਰੇਖਾ ਉੱਪਰਲੀ ਲਾਈਨ ਦੇ ਪੈਰਲਲ ਖਿੱਚ ਲੈਣੀ ਹੈ। ਠੀਕ ਹੈ ਬੇਟਾ। ਇਹਦੇ ਤੋਂ ਬਾਅਦ ਦੇ ਵਿੱਚ
ਸੱਜੇ ਹੱਥੋਂ ਥੋੜੀ ਜਿਹੀ ਰੇਖਾ ਛੱਡ ਕੇ ਅੰਦਰਲੇ ਪਾਸੇ ਤੋਂ ਅਸੀਂ 90 ਡਿਗਰੀ ਦੇ ਉੱਤੇ ਇਹਦੇ ਹਾਫ ਤੱਕ, ਦੋਵੇਂ ਲਾਈਨਾਂ ਦੇ ਹਾਫ ਤੱਕ, ਤੁਹਾਨੂੰ ਜਿਹੜੀ ਵਰਕਸ਼ੀਟ ਮਿਲੂ ਉਹਦੇ ਵਿੱਚ ਸੈਂਟਰ ਲਾਈਨ ਨਹੀਂ ਲੱਗੀ ਹੋਊਗੀ। ਬਸ ਇਹ ਤੁਸੀਂ ਅੰਦਾਜ਼ਾ ਰੱਖਣਾ ਵੀ 90 ਡਿਗਰੀ ਤੇ ਅਸੀਂ 50% ਤੱਕ, ਅੱਧ ਤੱਕ ਹੇਠਾਂ ਨੂੰ ਆ ਜਾਣਾ। ਉਹਦੇ ਤੋਂ ਬਾਅਦ ਦੇ ਵਿੱਚ ਸੈਂਟਰ ਦੇ ਵਿੱਚ ਉੱਪਰਲੀ ਰੇਖਾ ਦੇ ਪੈਰਲਲ ਚੱਲਦੇ ਹੋਏ ਅਸੀਂ ਜਿੰਨੀ ਅੱਖਰ ਦੀ ਚੌੜਾਈ ਰੱਖਣੀ ਆ। ਇਸ ਤੋਂ ਬਾਅਦ ਦੇ ਵਿੱਚ ਅਸੀਂ ਇਸ ਬਿੰਦੂ ਦੇ ਉੱਤੇ ਅੱਖ ਨਾ ਬਣਾਉਂਦੇ ਹੋਏ ਇੱਥੋਂ ਅਸੀਂ ਗੋਲਾਈ ਦੇਣੀ ਸ਼ੁਰੂ ਕਰ ਦੇਣੀ ਆ। ਇਹਦਾ ਹਲਕਾ ਜਿਹਾ ਪੈਰ ਆ ਜਿਹੜਾ ਉਹ ਉੱਪਰ ਨੂੰ ਆ ਜਾਣਾ ਆ। ਸੋ ਇਹ ਬੇਟਾ ਬਣ ਗਈ ਅੱਖਰ ਦੱਦਾ ਦੀ ਬਣਤਰ। ਹੁਣ ਤੁਸੀਂ ਫੇਰ ਧਿਆਨ ਨਾਲ ਦੇਖ ਲਓ ਅੱਖਰ ਦੱਦਾ ਦੀ ਬਣਤਰ ਆ ਜਿਹੜੀ ਉਹ ਕਿਸ ਤਰ੍ਹਾਂ ਬਣਾਉਣੀ ਆ। ਇੱਥੇ ਆ ਬੇਟਾ ਪੁਆਇੰਟ ਦਾ ਧਿਆਨ ਰੱਖਣਾ ਵੀ ਇਸ ਬਿੰਦੂ ਦੇ ਉੱਤੇ ਅੱਖ ਨਹੀਂ ਬਣਨੀ ਚਾਹੀਦੀ। ਤੇ ਫੇਰ ਦੇਖੋ ਬੇਟਾ ਇਹਦੇ ਲਈ ਆਪਾਂ ਕਿਹੜੇ ਕਿਹੜੇ ਸਟੈਪ ਫੋਲੋ ਕੀਤੇ। ਸਭ ਤੋਂ ਪਹਿਲਾਂ ਅਸੀਂ ਕੀ ਕੀਤਾ, ਉੱਪਰਲੇ ਪਾਸੇ ਰੇਖਾ ਲੈ ਲਈ ਅੰਦਾਜ਼ੇ ਨਾਲ ਜਿੰਨੀ ਅਸੀਂ ਅੱਖਰ ਦੀ ਚੌੜਾਈ ਰੱਖਣੀ ਹੁੰਦੀ ਆ। ਉਹਦੇ ਤੋਂ ਬਾਅਦ ਦੇ ਵਿੱਚ 90 ਡਿਗਰੀ ਤੇ ਸੱਜੇ ਪਾਸਿਓਂ ਥੋੜੀ ਜਿਹੀ ਰੇਖਾ ਛੱਡ ਕੇ ਅਸੀਂ 90 ਡਿਗਰੀ ਤੇ ਥੱਲੇ ਆ ਗਏ ਲਗਭਗ ਦੋਵਾਂ ਲਾਈਨਾਂ ਦੇ ਅੱਧ ਤੱਕ। ਉਹਦੇ ਤੋਂ ਬਾਅਦ ਉੱਪਰਲੀ ਰੇਖਾ ਦੇ ਪੈਰਲਲ ਅਸੀਂ ਖੱਬੇ ਹੱਥ ਆ ਗਏ ਬੇਟਾ ਜਿੰਨੀ ਅੱਖਰ ਦੀ ਚੌੜਾਈ ਰੱਖਣੀ ਆ। ਇੱਥੋਂ ਅਸੀਂ ਘੁਮਾ ਕੇ ਕੁੰਡੀ ਬਣਾ ਕੇ ਘੁਮਾ ਕੇ ਤੇ ਹੇਠਲੇ ਪਾਸੇ ਨੂੰ ਗੁਲਾਈ ਦਿੰਦੇ ਹੋਏ ਥੱਲੇ ਆ ਜਾਾਂਗੇ। ਆ ਪੈਰ ਇੱਥੋਂ ਤੱਕ, ਇਹਦੀ ਸੇਧ ਆ ਲਗਭਗ ਇੱਕ ਸਮਾਨ ਹੋਊਗੀ। ਔਰ ਇਸ ਬਿੰਦੂ ਤੇ ਬੇਟਾ ਧਿਆਨ ਰੱਖਣਾ ਵੀ ਅੱਖ ਨਹੀਂ ਬਣਨੀ ਚਾਹੀਦੀ। ਸੋ ਇਹ ਹੈਗੀ ਆ ਬੇਟਾ ਅੱਖਰ ਦੱਦਾ ਦੀ ਬਣਤਰ। ਤੁਸੀਂ ਅੱਜ ਕੀ ਕਰਨਾ, ਤੁਹਾਡੇ ਕੋਲ ਜਿਹੜੀ ਵਰਕਸ਼ੀਟ ਹੈਗੀ ਆ ਉਹਦੇ ਤੇ ਇਹ ਦੱਦਾ ਅੱਖਰ ਦਾ ਅਭਿਆਸ ਕਰਨਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ।